ਅੱਜ जैसे हर हफ्ते ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਕੋਵਿਡ ਨਾਲ ਕਿ ਕੋਵਿਡ ਦੇ ਆਪਣੇ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਔਰ ਇਹ ਸਮਝਣ ਦੀ ਗੱਲ ਹੈ ਜ਼ਰੂਰੀ ਕਿਉਂਕਿ ਹਾਲਾਤ ਪੂਰੇ ਦੁਨੀਆ 'ਚ ਸਾਡੇ ਦੇਸ਼ 'ਚ ਸੁਧਰ ਨਹੀਂ ਰਹੇ ਵਿਗੜਦਾ ਜਾ ਰਿਹਾ ਕੰਮ ਪੰਜਾਬ ਵਿੱਚ ਵੀ ਹਾਲਾਤ ਜਿਹੜੇ ਸੇ ਨਹੀਂ ਰਹੇ ਔਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਇਕੱਲੀ ਗੱਲ ਨੂੰ ਚੰਗੀ ਤਰ੍ਹਾਂ ਸੁਣੋ ਔਰ ਇਹਦੇ 'ਤੇ ਅਮਲ ਕਰੋ। ਇਹ ਮੇਰਾ ਕੰਮ ਨਹੀਂ ਹੈ ਜਿਹੜਾ ਮੈਂ ਆਪਣੇ ਦਿਲੋਂ ਕੋਈ ਗੱਲ ਕਹਿ ਰਿਹਾ ਦਿਲੋਂ ਵੀ ਕਹਿ ਰਿਹਾ ਲੇਕਿਨ ਇਹ ਡਾਕਟਰਾਂ ਦਾ ਕੰਮ ਹੈ। ਡਾਕਟਰ ਜੋ ਦੱਸਦੇ ਨੇ ਜੋ ਸਾਇੰਟਿਸਟ ਸਾਨੂੰ ਦੱਸਦੇ ਨੇ ਕਿ ਕੀ ਹੋਣਾ ਚਾਹੀਦਾ ਹੈ ਉਹ ਮੈਂ ਆਪਣੇ ਦਿਲੋਂ ਤੁਹਾਨੂੰ ਸੁਣਾ ਰਿਹਾ ਤਾਂ ਕਿ ਤੁਸੀਂ ਵੀ ਇਸ ਗੱਲ ਨੂੰ ਆਪਣੇ ਮਨ 'ਚ ਵਸਾ ਲਓ ਔਰ ਉਸ ਤਰੀਕੇ ਨਾਲ ਕਰੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ 'ਚ ਹਾਲਾਤ ਹੋਰ ਵਿਗੜਨ। ਪਹਿਲਾਂ ਤਾਂ ਸਮਝਣ ਵਾਲੀ ਗੱਲ ਕੀ ਹੈ ਦੁਨੀਆ ਦੇ ਵਿੱਚ 1.5 ਕਰੋੜ ਦੇ ਕਰੀਬ ਸਾਡੇ ਮਰੀਜ਼ ਹੋ ਗਏ ਨੇ ਕਰੋਨਾ ਦੇ ਦੁਨੀਆ ਦੇ ਵਿੱਚ ਉਹਦੇ ਵਿੱਚ 13 ਲੱਖ ਸਾਡੇ ਦੇਸ਼ 'ਚ ਹੋ ਗਏ ਨੇ ਔਰ ਪੰਜਾਬ ਦੇ ਵਿੱਚ ਅਸੀਂ 12,216 ਕੇਸ ਹੋ ਸਾਡੇ ਕੋਲ ਇਸ ਵੇਲੇ ਨੇ ਉਹ 282 ਸਾਡੀਆਂ ਮੌਤਾਂ ਹੋਈਆਂ ਨੇ ਔਰ ਜਿਹਦਾ ਤਕਰੀਬਨ 2.3% ਹੈ ਮੋਰਟੈਲਿਟੀ ਰੇਟ ਚਾਹੇ 2% ਹੈ ਚਾਹੇ ਕੁਛ ਹੈ ਇਹ ਮਾੜੀ ਗੱਲ ਹੈ ਔਰ ਹੋਣਾ ਨਹੀਂ ਚਾਹੀਦਾ ਔਰ ਉਹ ਆਪਾਂ ਸਾਰੇ ਜਦ ਰਲ ਕੇ ਇਹਦਾ ਸਾਹਮਣਾ ਕਰਾਂਗੇ ਤਾਂ ਹੀ ਇਹ ਕਰੋਨਾ ਕੇਸ ਔਰ ਇਹ ਮੋਰਟੈਲਿਟੀ ਨੂੰ ਆਪਾਂ ਰੋਕ ਸਕਾਂਗੇ। ਅੱਜ ਮੇਰੇ ਕੋਲ 3,838 ਕੇਸ ਨੇ ਜੋ ਇਸ ਵੇਲੇ ਆਪਣੀ ਦਵਾਈਆਂ ਵਗੈਰਾ ਲੈ ਰਹੇ ਨੇ 7,000 ਬਾਕੀ ਜਿਹੜੇ ਨੇ 12,000 ਦੇ ਵਿੱਚੋਂ 9,000 ਕੇਸ ਤਾਂ ਵਾਪਸ ਆਪਣੇ ਰਾਜੀ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਲੋਕ। ਸੋ ਇਹ ਅੱਛੀ ਗੱਲ ਹੈ ਲੇਕਿਨ ਜਿਹੜੇ ਕੋਵਿਡ ਕੇਸ ਵੱਧ ਰਹੇ ਨੇ ਇਹ ਮਾੜੀ ਗੱਲ ਹੈ ਔਰ ਇਹਦੇ ਵਿੱਚ ਮੈਂ ਅੱਗੇ ਆਊਂਗਾ ਕਿ ਆਪਾਂ ਕਿਸ ਤਰੀਕੇ ਨਾਲ ਇਹਦਾ ਸਾਹਮਣਾ ਕਰ ਸਕਦੇ ਹਾਂ। ਆਕਸੀਜਨ 'ਤੇ ਮੇਰੇ 83 ਕੇਸ ਨੇ ਸਾਡੇ ਪੰਜਾਬ 'ਚ ਔਰ ਵੈਂਟੀਲੇਟਰ 'ਤੇ 17 ਵਾਹਿਗੁਰੂ ਕਰੇ ਇਹ ਰਾਜੀ ਹੋ ਕੇ ਇਹ ਵੀ ਜਲਦੀ ਹੋ ਜਾਣ ਠੀਕ। ਹੁਣ ਪਹਿਲੀ ਵਾਰ ਹੈ ਕਿ ਪਿਛਲੇ 2 ਦਿਨਾਂ 'ਚ ਸਾਡੇ ਡੇਲੀ ਕਰੋਨਾ 4,400 ਦਾ ਜਿਹੜਾ ਫਿਗਰ ਹੈ ਉਹਨੂੰ ਟੱਪ ਗਿਆ। ਅੱਜ ਸਾਡੇ 482 ਕੇਸ ਨੇ ਜਿਹੜੀ ਅੱਛੀ ਗੱਲ ਨਹੀਂ ਹੈ ਲੇਕਿਨ ਇਹ ਟ੍ਰੈਂਡ ਜਿਹੜਾ ਹੈ ਗਲੋਬਲ ਟ੍ਰੈਂਡ ਹੈ ਨੈਸ਼ਨਲ ਟ੍ਰੈਂਡ ਹੈ ਬਾਕੀ ਸੂਬਿਆਂ ਦਾ ਟ੍ਰੈਂਡ ਹੈ ਔਰ ਅਸੀਂ ਇਸ ਤੋਂ ਅੱਜ ਸਾਨੂੰ 18ਵਾਂ ਸੂਬਾ ਮੰਨਿਆ ਜਾਂਦਾ ਹੈ। ਅਸੀਂ ਕੇਰਲਾ ਤੋਂ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਘੱਟ ਹੈ ਸਾਡੇ ਮਰੀਜ਼ ਲੇਕਿਨ ਮੈਂ ਕਹਿੰਦਾ ਕਿ ਇੱਕ ਮਰੀਜ਼ ਵੀ ਹੋਵੇ ਉਹ ਵੀ ਮਾੜਾ ਹੈ ਔਰ ਆਪਾਂ ਨੇ ਸਾਰੀਆਂ ਜਿਹੜੇ ਕਦਮ ਚੱਕਾਂਗੇ ਉਹਨਾਂ ਨੂੰ ਆਪਾਂ ਨੂੰ ਸਖਤੀ ਨਾਲ ਉਹਦਾ ਸਾਹਮਣਾ ਕਰਨਾ ਪਊ ਤਾਂ ਕਿ ਆਪਾਂ ਜਿੰਨਾ ਕੰਟਰੋਲ ਕਰ ਸਕਦੇ ਹਾਂ ਆਪਾਂ ਕਰੀਏ। ਅੱਜ ਪਿਛਲੇ ਹਫਤੇ ਸਭ ਤੋਂ ਜ਼ਿਆਦਾ ਸਾਡੇ ਕੇਸ ਹੋਏ ਨੇ ਲੁਧਿਆਣੇ ਪਟਿਆਲਾ ਜਲੰਧਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ ਔਰ ਸਭ ਤੋਂ ਘੱਟ ਕੇਸ ਹੋਏ ਨੇ ਆਪਣੇ ਬਰਨਾਲੇ ਅਤੇ ਮਾਨਸਾ 'ਚ। ਤੋ ਜੋ ਬਰਨਾਲਾ ਮਾਨਸਾ ਦੇ ਵਿੱਚ ਲੋਕ ਕੰਟਰੋਲ ਕਰ ਰਹੇ ਨੇ ਮੈਂ ਚਾਹੁੰਦਾ ਸਾਰੇ ਪੰਜਾਬ ਦੇ ਵਿੱਚ ਹੀ ਆਪਾਂ ਇਹ ਜਿਹੇ ਤਰੀਕੇ ਨਾਲ ਕਰੀਏ ਤਾਂ ਕਿ ਬਹੁਤ ਕੰਟਰੋਲ ਸਾਡਾ ਰਹਿ ਸਕੇ ਔਰ ਇਹ ਬਿਮਾਰੀ ਦਬ ਸਕੇ। ਖੁਸ਼ੀ ਮੈਨੂੰ ਇਹ ਹੈ ਕਿ 9,000 ਤਾਂ ਸਾਡੇ ਮਰੀਜ਼ ਜਿਹੜੇ ਨੇ ਉਹ ਵਾਪਸ ਠੀਕ ਹੋ ਕੇ ਚਲੇ ਗਏ। ਸਾਡੇ ਸਾਰੇ ਅਫਸਰ ਜਿਹੜੇ ਇਹਦੇ ਵਿੱਚ ਬਿਮਾਰੀ ਦੇ ਇਹਨੂੰ ਕਰੋਨਾ ਨੂੰ 21 ਤਾਂ ਸਾਡੇ PCS ਦੇ ਅਫਸਰ ਸੇ ਉਹ ਸਾਰੇ ਠੀਕ ਹੋ ਕੇ ਚਲੇ ਗਏ। ਹਾਲੇ ਸਾਡੇ ਫਰੰਟ ਲਾਈਨ ਵਰਕਰਸ ਨੇ ਡਾਕਟਰਸ ਨੇ ਪੈਰਾਮੈਡਿਕਸ ਨੇ ਨਰਸਾਂ ਨੇ ਲੈਬ ਅਸਿਸਟੈਂਟ ਨੇ ਇਹ ਸਾਰਿਆਂ ਨੂੰ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਕੰਟਰੋਲ ਪੂਰਾ ਰੱਖਣ ਔਰ ਉਹ ਠੀਕ ਰਹਿਣ। ਮੇਰੇ ਕੋਲ ਇਸ ਵੇਲੇ 250 ਦੇ ਕਰੀਬ ਤਾਂ ਪੁਲਿਸਮੈਨ ਨੇ ਜਿਨ੍ਹਾਂ ਨੂੰ ਇਹ ਕਰੋਨਾ ਦਾ ਹੋਇਆ ਲੇਕਿਨ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋ ਰਹੇ ਨੇ। ਕਿਸੇ ਦਾ ਕੋਈ ਇੱਕੋ ਹੀ ਸਾਡਾ ਸੀਰੀਅਸ ਕੇਸ ਹੈ ਬਾਕੀ ਸਾਰੇ ਤਕਰੀਬਨ ਅੰਡਰ ਕੰਟਰੋਲ ਹੈ ਅਤੇ ਉਹ ਆਪਣੇ ਕੰਮ ਕਰਨਗੇ ਲੇਕਿਨ ਟੈਸਟਿੰਗ ਜ਼ਰੂਰੀ ਹੈ। ਜਿਹੜੇ ਇਹ ਫਰੰਟ ਲਾਈਨ ਵਰਕਰ ਨੇ ਚਾਹੇ ਤੁਸੀਂ ਡਾਇਰੈਕਟ ਹੋ ਡਾਕਟਰਸ ਹੋ ਨਰਸਿਸ ਹੋ ਤੁਹਾਡੇ ਪੈਰਾਮੈਡਿਕਸ ਹੋ ਜਾਂ ਲੈਬ ਟੈਕਨੀਸ਼ੀਅਨ ਹੋ ਤੁਹਾਡਾ ਦਾ ਟੈਸਟਿੰਗ ਜ਼ਰੂਰੀ ਹੈ ਔਰ ਨਾਲ ਹੀ ਜਿਹੜੇ ਲੋਕ ਹੈਲਪ ਕਰਦੇ ਨੇ ਤੁਹਾਨੂੰ ਪੁਲਿਸ ਵਾਲੇ ਨੇ ਸਾਡੇ ਪੁਲਿਸ ਫੋਰਸ ਜਾਂ ਸਾਡੇ ਰੈਵਨਿਊ ਡਿਪਾਰਟਮੈਂਟ ਹੈ ਜਾਂ ਕੋਈ ਹੋਰ ਸਾਡੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਦੇ ਵਿੱਚੋਂ ਲੋਕ ਤੁਹਾਡੀ ਮਦਦ ਕਰ ਰਹੇ ਨੇ ਉਹਨਾਂ ਦੀ ਵੀ ਟੈਸਟਿੰਗ ਰੈਗੂਲਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੇਖ ਲੈਣ ਕਿ ਕੋਈ ਬਿਮਾਰੀ ਲੱਗ ਨਾ ਜਾਵੇ। ਕਦੇ ਇਹ ਸਿੰਪਟੋਮੈਟਿਕ ਹੋ ਜਾਂਦੀ ਹੈ ਕਿਸੇ ਨੂੰ ਪਤਾ ਵੀ ਨਹੀਂ ਕਿ ਮੈਨੂੰ ਬਿਮਾਰੀ ਹੈ ਲੇਕਿਨ ਉਹਨੂੰ ਬਿਮਾਰੀ ਲੱਗੀ ਹੁੰਦੀ ਹੈ ਔਰ ਉਹ ਅੱਗੇ ਆਪਣੀ ਬਿਮਾਰੀ ਕਿਸੇ ਨੂੰ ਦੇ ਸਕਦਾ ਹੈ। ਉਸ ਕਰਕੇ ਇਹ ਜ਼ਰੂਰੀ ਹੈ
कि एसिम्पटोमैटिक केसेस वास्ते चैकिंग बहुत ਜ਼ਰੂਰੀ ਹੈ ਸਾਨੂੰ ਕਿ ਅਗਰ ਕੋਈ ਕਨਵੇ ਕਰ ਸਕਦਾ ਹੈ ਹੋਰਾਂ ਨੂੰ ਇਹ ਪਹਿਲਾਂ ਹੀ ਪਤਾ ਲੱਗ ਜਾਂਦਾ ਸਾਨੂੰ ਕਿ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਇਹ ਕਨਵੇ ਕਰ ਦੇਵੇ। ਤੋ ਇਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਬਾਰ-ਬਾਰ ਮੈਂ ਕਹਿੰਦਾ ਮਾਸਕ ਪਾਓ, ਹੱਥ ਧੋ, ਜੋ ਡਾਕਟਰ ਕਹਿੰਦੇ ਨੇ ਸੋਸ਼ਲ ਡਿਸਟੈਂਸਿੰਗ ਰੱਖੋ, ਇਹ ਬਹੁਤ ਜ਼ਰੂਰੀ ਕੰਮ ਹੈ। ਔਰ ਮੈਂ ਇਹ ਖਾਸ ਕਰਕੇ ਕਹਿੰਦਾ ਜਿੱਥੇ ਜਿੱਥੇ ਵੱਡੇ ਵੱਡੇ ਇਕੱਠ ਹੁੰਦੇ ਨੇ, ਹੁਣ ਕੇਸਗੜ੍ਹ ਸਾਹਿਬ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਦਮਦਮਾ ਸਾਹਿਬ ਹੋਏ ਜਾਂ ਕਿਸੇ ਮਸਜਿਦ ਦੇ ਵਿੱਚ ਹੋਏ ਜਾਂ ਕਿਸੇ ਮੰਦਿਰ ਦੇ ਵਿੱਚ ਹੋਏ ਜਾਂ ਕਿਸੇ ਗਿਰਜੇ ਦੇ ਵਿੱਚ ਹੋਏ, ਇਕੱਠ ਹੋ ਜਾਂਦਾ। ਔਰ ਮੈਂ ਚਾਹੁੰਦਾ ਕਿ ਇਕੱਠ ਨਾ ਹੋਣ, ਤਾਂ ਹੀ ਅਸੀਂ ਉਹ ਰੱਖਿਆ 20% 'ਤੇ। ਹੁਣ ਮੈਂ ਉਹਨਾਂ ਜਿਹੜੇ ਸਾਡੇ ਉੱਥੇ ਜਥੇਦਾਰ ਸਾਹਿਬਾਨ ਨੇ ਜਾਂ ਕੋਈ ਸਾਡੇ ਫਾਦਰ ਨੇ ਕ੍ਰਿਸਚੀਅਨ ਦੇ ਜਾਂ ਕੋਈ ਮੌਲਵੀ ਸਾਹਿਬ ਨੇ, ਉਹ ਦੇਖਣ ਕਿ ਤੁਸੀਂ 20 ਤੋਂ ਜ਼ਿਆਦਾ ਇੱਕ ਜਗ੍ਹਾ 'ਚ ਬੰਦਿਆਂ ਨੂੰ ਨਾ ਇਕੱਠੇ ਹੋਣ ਦਿਓ, ਨੰਬਰ 1। ਦੂਜਾ ਕਿ ਜਿਹੜੇ ਗਿਰਜੇ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ, ਮਾਸਕ ਪਾ ਕੇ ਜਾਣ। ਮਾਸਕ ਦੁਨੀਆ ਦੇ ਅੱਜ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਅਗਰ ਮਾਸਕ ਤੁਸੀਂ ਪਾ ਲਓ ਤਾਂ 75% ਤੁਹਾਡਾ ਕੰਟਰੋਲ ਹੋ ਜਾਂਦਾ ਇਸ ਕੰਮ ਨੂੰ। ਤਾਂ ਮਾਸਕ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਦੇਖਦੇ ਹੋ ਕਿ ਤੁਹਾਡੇ ਆਪਣੇ ਧਾਰਮਿਕ ਸਥਾਨ ਦੇ ਵਿੱਚ ਕੋਈ ਬੰਦਾ ਆਇਆ ਹੈ ਮਾਸਕ ਉੱਤੇ ਬਗੈਰ, ਉਹਨੂੰ ਭੇਜ ਦਿਓ ਬਾਹਰ ਕੇ ਜਾ ਕੇ ਪਾ ਕੇ ਆ ਮਾਸਕ, ਲੈ ਕੇ ਆ ਮਾਸਕ। ਔਰ ਇਹ ਜ਼ਰੂਰੀ ਹੈ ਕਿਉਂਕਿ ਇਹੀ ਇੱਕ ਚੀਜ਼ ਹੈ ਜਿਹਦੇ ਨਾਲ ਆਪਾਂ ਕੰਟਰੋਲ ਕਾਫੀ ਕੁਝ ਕਰ ਸਕਦੇ ਹਾਂ। ਔਰ ਮੈਂ ਜਿਹੜੇ ਬਹੁਤ ਗਰੀਬ ਨੇ, ਜਿਹੜੇ ਨਹੀਂ ਆਪਣਾ ਮਾਸਕ ਲੈ ਸਕਦੇ, ਉਹਨਾਂ ਵਾਸਤੇ ਅਸੀਂ ਡਿਪਟੀ ਕਮਿਸ਼ਨਰਸ ਨੂੰ ਕਿਹਾ ਹੈ ਔਰ ਅਸੀਂ ਮਾਸਕ ਭੇਜੇ ਨੇ ਸਾਰਿਆਂ ਕੋਲ। ਤੁਸੀਂ ਪਲੀਜ਼ ਉੱਥੋਂ ਜਾ ਕੇ ਲੈ ਲਓ, ਤੁਹਾਨੂੰ ਮੁਫਤ 'ਤੇ ਮਾਸਕ ਦੇਵਾਂਗੇ। ਔਰ ਇਹੋ ਜਿਹੇ ਮਾਸਕ ਜਿਹੜੇ ਤੁਸੀਂ ਰੋਜ਼ ਸ਼ਾਮ ਨੂੰ ਧੋ ਕੇ ਅਗਲੇ ਦਿਨ ਤੁਸੀਂ ਫਿਰ ਪਾ ਸਕਦੇ ਹੋ। ਤੋ ਇਹ ਜ਼ਰੂਰ ਕਰੋ, ਇਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਬਹੁਤ ਬਚਤ ਹੋ ਸਕਦੀ ਹੈ ਇਸ ਬਿਮਾਰੀ ਦੀ। ਹੁਣ ਤੁਸੀਂ ਇਹ ਸੁਣਿਆ ਹੋਵੇਗਾ ਕੱਲ੍ਹ ਪਰਸੋਂ ਕਿ ਅਸੀਂ ਜਿਹੜੇ ਕੋਈ ਫਾਈਨ ਨੇ ਉਹ ਅਸੀਂ ਵਧਾ ਦਿੱਤੇ ਨੇ। ਕਿਉਂ ਵਧਾਏ? ਇਸ ਲਈ ਵਧਾਏ ਕਿ ਜਦ ਡੇਲੀ ਪੁਲਿਸ ਚਲਾਨ ਕਰਦੀ ਹੈ ਤਕਰੀਬਨ 4 ਔਰ 5 ਹਜ਼ਾਰ ਬੰਦਿਆਂ ਦੇ ਦਰਮਿਆਨ, ਤਕਰੀਬਨ ਇਹਨਾਂ ਦੇ ਦਰਮਿਆਨ ਹੀ ਮਾਸਕ ਨਾ ਪਾਉਣ 'ਤੇ, ਔਰ ਫਿਰ ਵੀ ਲੋਕ ਪਰਵਾਹ ਨਹੀਂ ਕਰਦੇ। ਕਿਤੇ 4 ਹੋ ਜਾਂਦਾ, ਕਦੇ 4.5, ਕਦੇ 5, ਕਦੇ 5,500 ਹੋ ਜਾਂਦਾ। ਐਸੇ ਥੋੜ੍ਹੇ ਮਾਸਕ ਡੇਲੀ ਬਗੈਰ ਮਾਸਕ ਜਾਂਦੇ ਨੇ। ਤਾਂ ਹੀ ਅਸੀਂ ਸੋਚਿਆ ਕਿ 500 ਰੁਪਏ ਦੇ ਕੇ, ਕੋਈ ਪਰਵਾਹ ਨਹੀਂ ਕਰਦਾ, ਦੇ ਦਿੰਦੇ ਨੇ 500 ਰੁਪਏ ਆਪਣੀ ਮਾਸਕ ਦਾ ਜਿਹੜੀ ਚਲਾਨ ਹੁੰਦਾ। ਇਹੀ ਤਰੀਕਾ ਹੈ ਸੋਸ਼ਲ ਗੈਦਰਿੰਗ ਦਾ। ਇਹੀ ਹੋਰ ਤਰੀਕੇ ਜਿਹੜੇ ਅਸੀਂ ਦੱਸੇ ਹੋਏ ਨੇ ਕਿ ਤੁਹਾਨੂੰ ਕਦਮ ਚੱਕਣੇ ਚਾਹੀਦੇ ਨੇ। ਕੋਈ ਪਰਵਾਹ ਨਹੀਂ ਕਰਦਾ। ਤੁਸੀਂ ਸੋਚਿਆ ਇਹਦੀ ਫਾਈਨ ਹੋਰ ਕਰ ਦਿਓ ਤਾਂ ਕਿ ਚੁਭੇ। ਅਗਰ ਚੁਭੂਗੀ ਤਾਂ ਹੀ ਲੋਕ ਆਪਣੇ ਆਪ ਦਾ ਕਹਿਣਗੇ ਕਿ ਨਹੀਂ ਸਾਨੂੰ ਦੇਣਾ ਪਊਗਾ 5,000 ਜਾਂ 10,000, ਪਹਿਲਾਂ ਹੀ ਆਪਾਂ ਮਾਸਕ ਪਾ ਕੇ ਜਾਈਏ। ਇਹ ਸ਼ਾਦੀਆਂ ਦਾ ਵਿਆਹ ਵਾਸਤੇ ਵੀ, ਹੋਰ ਜਿੱਥੇ ਇਕੱਠ ਹੁੰਦੇ ਨੇ ਉਹਨਾਂ ਵਾਸਤੇ ਵੀ ਅਸੀਂ ਇਹ ਕਦਮ ਰੱਖੇ ਨੇ। ਹੁਣ ਅਗਰ ਕੋਈ ਕਿਸੇ ਦਾ ਵਿਆਹ ਹੋ ਰਿਹਾ ਸੀ, ਪਹਿਲਾਂ ਹੀ ਕਿਹਾ 30 ਤੋਂ ਬੰਦੇ ਨਾ ਤੁਸੀਂ ਜਾਣ ਦਿਓ, ਪਰ ਫਿਰ ਵੀ ਜਾ ਰਹੇ ਨੇ ਲੋਕ 200 100। ਫਿਰ ਇਹ ਫਾਈਨ ਤਾਂ ਲੱਗਣੀ ਹੋ ਹੈ। ਔਰ ਅਗਰ ਫਾਈਨ ਲੱਗੇਗੀ ਵੱਡੀ ਤਾਂ ਫਿਰ ਅੱਗੇ ਵਾਸਤੇ ਲੋਕ ਆਪਣੇ ਆਪ ਨਾਲ ਬਚਾਅ ਕਰਨਗੇ ਔਰ ਇਹ ਨਹੀਂ ਕਰਨਗੇ, ਜਿਹੜੀ ਕਾਨੂੰਨ ਅਸੀਂ ਬਣਾਇਆ ਉਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨਗੇ। ਤਾਂ ਇਹੀ ਕਾਰਨ ਹੈ ਕਿ ਆਪਾਂ ਫਾਈਨ ਜ਼ਿਆਦਾ ਰੱਖੇ ਨੇ ਤਾਂ ਕਿ ਲੋਕਾਂ 'ਤੇ ਕੋਈ ਅਸਰ ਪਵੇ ਔਰ ਲੋਕ ਸਮਝਣ ਕਿ ਸਾਡਾ ਨੁਕਸਾਨ ਹੋ ਜੂਗਾ। ਅਸੀਂ ਇਹ ਗੱਲ ਅੱਜ ਤੁਸੀਂ 200 ਰੁਪਏ ਦੇ ਦਿਓ, 500 ਰੁਪਏ ਦੇ ਦਿਓ ਤਾਂ ਕੋਈ ਸਾਰੇ ਦੇਣ ਨੂੰ ਤਿਆਰ ਨੇ। ਔਰ ਉਹਦੇ ਨਾਲ ਸਾਡਾ ਕੰਟਰੋਲ ਖਰਾਬ ਹੋ ਰਿਹਾ। ਕੋਵਿਡ ਵੱਧ ਰਿਹਾ। ਹੁਣ ਮੈਂ ਤੁਹਾਨੂੰ ਦੱਸੇ ਨੇ ਆંકੜੇ। ਆਪਾਂ ਨੇ ਇਸ ਨੂੰ ਰੋਕਣਾ ਹੈ, ਅੱਗੇ ਵਧਣ ਦੇਣਾ। ਅਗਰ ਵਧਣ ਦੇਣਾ ਤਾਂ ਸਾਰਿਆਂ ਨੂੰ ਆਪਾਂ ਆਪਣੇ ਕਾਨੂੰਨ ਨੂੰ ਸਮਝਣਾ ਚਾਹੀਦਾ ਹੈ ਔਰ ਸਮਝ ਕੇ ਆਪਾਂ ਨੂੰ ਮੰਨਣਾ ਚਾਹੀਦਾ। ਦੂਸਰੀ ਗੱਲ ਇੱਕ ਹੁਣ ਜੋ ਮਾਹਰ ਸਾਨੂੰ ਦੱਸਦੇ ਨੇ ਕਿ ਮੈਂ ਤੁਹਾਨੂੰ ਦੱਸਿਆ 75% ਦਾ ਅਗਰ ਮਾਸਕ ਤੁਸੀਂ ਪਾ ਲਓ ਉਹਦੀ ਬਚਤ ਹੁੰਦੀ ਹੈ। ਪਰ ਇਹ ਤੋਂ ਇਲਾਵਾ ਕਮਰਿਆਂ ਦੇ ਵਿੱਚ ਅਗਰ ਤੁਸੀਂ ਜਿਹਦੀ ਵੈਂਟੀਲੇਸ਼ਨ ਠੀਕ ਨਹੀਂ, ਤਾਕੀਆਂ ਖੁੱਲ੍ਹੀ ਨਹੀਂ, ਹਵਾ ਨਹੀਂ ਚੱਲ ਰਹੀ ਵਿੱਚੋਂ, ਉੱਥੇ ਵੀ ਇਹ ਬਿਮਾਰੀ ਵੱਧ ਸਕਦੀ ਹੈ। ਅਗਰ ਇਹੋ ਜਿਹੀ ਕੋਈ ਜਗ੍ਹਾ ਹੋਵੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜਿੱਥੇ ਤਾਕੀਆਂ ਬੰਦ ਨੇ, ਹਵਾ ਨਹੀਂ, ਕੋਈ ਮੂਵਮੈਂਟ ਹੋ ਰਹੀ, ਉੱਥੇ ਮਾਸਕ ਜ਼ਰੂਰ ਪਾਓ ਤੁਸੀਂ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਨਹੀਂ ਬੈਠੇ ਇਕੱਠੇ ਤੁਸੀਂ ਸਾਰੇ ਬੈਠੇ ਹੁੰਦੇ ਹੋ ਔਰ ਉਹਦੇ ਵਿੱਚ ਇਹ ਬਿਮਾਰੀ ਫੈਲ ਕੇ ਇੱਕ ਦੂਸਰੇ ਨੂੰ ਲੱਗ ਸਕਦੀ ਹੈ। ਔਰ ਤੁਹਾਡੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ
ਦਫ਼ਤਰ ਹੁੰਦੇ ਨੇ ਕਈ ਬੜੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਪਟਾਕੀਆਂ ਬੰਦ ਹੁੰਦੀਆਂ ਨੇ ਉੱਥੇ ਵੀ ਤੁਸੀਂ ਇਸ ਨੂੰ ਆਪਣੇ ਵਰਕ ਪਲੇਸ ਦੇ ਵਿੱਚ ਵੀ ਮਾਸਕ ਜ਼ਰੂਰ ਪਾਉਣਾ ਅਗਰ ਕੋਈ ਥੋੜੀ ਵੈਂਟੀਲੇਸ਼ਨ ਦਾ ਨਹੀਂ ਹੈ ਇਹ ਨਾ ਸਮਝੋ ਕਿ 에ਅਰ ਕੰਡੀਸ਼ਨਰ ਚੱਲ ਰਿਹਾ ਹੈ ਔਰ ਉਹਦੇ ਨਾਲ ਸਭ ਠੀਕ ਹੋਗਾ ਇਹਦੇ ਨਾਲ ਕੰਟਰੋਲ ਨਹੀਂ ਉਹ ਤਾਂ ਸਿਰਫ ਹਵਾ ਫੈਲ ਰਹੀ ਹੈ ਔਰ ਅਗਰ ਤਾਕੀਆਂ ਨਾ ਖੁੱਲੀਆਂ ਹੋਣ ਉਹਦਾ ਮਤਲਬ ਕੋਈ ਵੈਂਟੀਲੇਸ਼ਨ ਨਹੀਂ ਔਰ ਕੋਈ ਵੈਂਟੀਲੇਸ਼ਨ ਨਹੀਂ ਹੈ ਮਾਸਕ ਪਾਓ ਇਹ ਜ਼ਰੂਰੀ ਹੈ ਤੁਹਾਡੇ ਆਪਣੇ ਬਚਾਓ ਵਾਸਤੇ ਇਹ ਅੰਦਰੂਨੀ ਗੱਲਾਂ ਦੀ ਮੈਂ ਕਰ ਰਿਹਾ ਇੱਕ ਖੁਸ਼ੀ ਦੀ ਗੱਲ ਹੈ ਕਿ ਪਲਾਜ਼ਮਾ ਬੈਂਕ ਸ਼ੁਰੂ ਹੋ ਗਏ ਨੇ ਰਜਿੰਦਰ ਸਾਡੇ ਮੈਡੀਕਲ ਹਸਪੀਟਲ ਪਟਿਆਲਾ ਦੇ ਵਿੱਚ ਰਜਿੰਦਰ ਹਸਪੀਟਲ ਦੇ ਵਿੱਚ ਸ਼ੁਰੂ ਹੋ ਗਿਆ ਪਹਿਲਾ ਪਲਾਜ਼ਮਾ ਦੂਸਰਾ ਅਸੀਂ ਹੁਣ ਤੁਸੀਂ ਇੱਕ ਸਵਾਲ ਵੀ ਕੀਤਾ ਅੱਗੇ ਔਰ ਉਹਦੇ ਵਿੱਚ ਮੈਂ ਕਿ ਹੋਰ ਪਲਾਜ਼ਮਾ ਹੋਣੀ ਚਾਹੀਦੀ ਹੈ ਅਸੀਂ ਤਿੰਨੋਂ ਮੈਡੀਕਲ ਕਾਲਜ ਅੰਮ੍ਰਿਤਸਰ ਫਰੀਦਕੋਟ ਔਰ ਪਟਿਆਲਾ ਕਰਵਾ ਰਹੇ ਸ਼ੁਰੂ 'ਚ ਔਰ ਉੱਥੇ ਵੀ ਅਸੀਂ ਅਪਰੂਵਲ ਦੇ ਦਿੱਤੀ ਹੈ ਕਿ ਉੱਥੇ ਪਲਾਜ਼ਮਾ ਬੈਂਕ ਲੱਗਣ ਹੁਣ ਜਦ ਸਵਾਲ ਆਊਗਾ ਇਹਦਾ ਮੈਂ ਫਿਰ ਉਹਨੂੰ ਤੁਹਾਨੂੰ ਦੱਸੂਗਾ ਇਸ ਤਰ੍ਹਾਂ ਜਿਹੜੇ ਵੀ ਤੁਹਾਡੇ ਕੋਈ ਜੈਸੇ ਮੈਂ ਤੁਹਾਨੂੰ ਦੱਸਿਆ 9000 ਬੰਦੇ ਸਾਡੇ ਮਰੀਜ਼ ਇਸ ਬਿਮਾਰੀ ਤੋਂ ਨਿਕਲ ਕੇ ਹੁਣ ਆਪਣੇ ਘਰਾਂ ਜਾ ਸਕਦੇ ਹੋ ਤੁਸੀਂ ਦੇ ਸਕਦੇ ਹੋ ਪਲਾਜ਼ਮਾ ਹੁਣ ਤੁਸੀਂ ਜਾ ਕੇ ਜਿਹੜਾ ਪਲਾਜ਼ਮਾ ਬੈਂਕ ਜਿੱਥੇ ਲੈ ਰਹੇ ਨੇ ਉੱਥੇ ਜਾ ਕੇ ਕੋਸ਼ਿਸ਼ ਕਰੋ ਆਪਣੇ ਪਲਾਜ਼ਮਾ ਦੇਣ ਦਾ ਇਹ ਨਹੀਂ ਕਿ ਸਾਰੇ ਔਰ ਇੱਕ ਵਾਰ ਬਲੱਡ ਟੈਸਟ ਤੁਹਾਡਾ ਹੋਊ ਫਿਰ ਉਹ ਦੇਖਣਗੇ ਕਿ ਤੁਹਾਡਾ ਜਿਹੜਾ ਐਂਟੀਜਨ ਟੈਸਟ ਹੈ ਉਹ ਕਰਾਉਣ ਦੇਖਣ ਨੂੰ ਕਿ ਇਹਦਾ ਅਸਰ ਉਸ ਬਿਮਾਰੀ 'ਤੇ ਪੈ ਸਕਦਾ ਜਾਂ ਨਹੀਂ ਅਗਰ ਪੈ ਸਕਦਾ ਤੁਹਾਡਾ ਖੂਨ ਲੈਣਗੇ ਨਹੀਂ ਲੈਣਗੇ ਸੋ ਇਹ ਪਹਿਲਾਂ ਟੈਸਟਿੰਗ ਹੋਊ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ 'ਚ ਕਿ ਜਿਹੜੇ ਪਟਿਆਲਾ ਗਏ ਸੀ 17 ਕੁ ਬੰਦੇ ਉਹਦੇ 'ਚੋਂ ਸਿਰਫ 7 ਜਾਂ 8 ਬੰਦਿਆਂ ਦਾ ਖੂਨ ਦਿੱਤਾ ਗਿਆ ਸੀ ਕਿ ਬਾਕੀ ਨਹੀਂ ਲੈ ਸਕਦੇ ਸੀ ਕਿਉਂਕਿ ਉਹਨਾਂ ਦੇ ਜਿਹੜਾ ਐਂਟੀਜਨ ਹੁੰਦਾ ਐਂਟੀਜਨ ਉਹਨਾਂ ਦਾ ਠੀਕ ਨਹੀਂ ਸੀ ਇਸ ਬਿਮਾਰੀ ਵਾਸਤੇ ਸੋ ਇਹ ਗੱਲਾਂ ਤੁਸੀਂ ਇਹ ਮੈਨੂੰ ਪੁੱਛਣਗੇ ਵੀ ਔਰ ਉਹ ਸਵਾਲ ਜ਼ਿਆਦਾ ਹੋ ਮੈਂ ਤੁਹਾਨੂੰ ਉਹਦਾ ਦੱਸੂਗਾ ਕਿ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਇਹ ਤਾਂ ਹੋਈ ਕੋਵਿਡ ਦੀ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਸੀ 2-4 ਕੁਝ ਗੱਲਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਵਾਲ ਲਵਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਹੁਣ 9ਵੇਂ ਪਾਤਸ਼ਾਹ ਦਾ ਗੁਰਪੁਰਬ ਹੈ 400 ਸਾਲਾ ਇਹ ਬੜਾ ਅਹਿਮ ਸਾਡੇ ਇਤਿਹਾਸ ਧਾਰਮਿਕ ਇਤਿਹਾਸ ਦੇ ਵਿੱਚ ਇੱਕ ਦਿਨ ਹੈ ਔਰ ਮੈਂ ਆਸ ਕਰਦਾ ਹਾਂ ਕਿ ਜੈਸੇ ਆਪਾਂ ਨੇ ਪਹਿਲੀ ਪਾਤਸ਼ਾਹੀ ਦੇ ਗੁਰਪੁਰਬ 'ਤੇ ਹਰ ਪਿੰਡ ਦੇ ਵਿੱਚ 500 ਆਪਾਂ ਨੇ ਦਰਖਤ ਲਾਏ ਸੀ ਦੇਖੋ ਦਰਖਤਾਂ ਦੀ ਜਿੱਥੇ ਦਰਖਤ ਲੱਗਣਗੇ ਉੱਥੇ ਆਕਸੀਜਨ ਵਧੂਗੀ ਉਹ ਸਾਡੇ ਸਿਹਤ 'ਤੇ ਸਾਡੇ ਬੱਚਿਆਂ ਦੀ ਸਿਹਤ 'ਤੇ ਅਸਰ ਹੋਊ ਔਰ ਸਾਡੇ ਪੰਜਾਬ 'ਚ ਜੰਗਲ ਨਹੀਂ ਰਹੇ ਸਾਰੇ ਤਾਂ ਹਲ ਦੇ ਥੱਲੇ ਆ ਗਈ ਜ਼ਮੀਨ ਤਾਂ ਜਿੱਥੇ ਜਿੱਥੇ ਆਪਾਂ ਲਾ ਸਕਦੇ ਦਰਖਤ ਆਪਾਂ ਨੂੰ ਲਾਉਣੇ ਚਾਹੀਦੇ ਨੇ ਤਾਂ ਹੀ ਅਸੀਂ ਪਹਿਲੇ ਪਾਤਸ਼ਾਹੀ ਦੇ ਗੁਰਪੁਰਬ 'ਤੇ ਅਸੀਂ 500 ਬੂਟੇ ਕਹੇ ਸੀ ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ 9ਵੇਂ ਪਾਤਸ਼ਾਹ ਦੇ ਇਹ ਗੁਰਪੁਰਬ 'ਤੇ ਤੁਸੀਂ 400 ਬੂਟੇ ਲਾਓ ਹਰ ਪਿੰਡ ਦੇ ਵਿੱਚ ਔਰ ਜਿੱਥੇ ਵੀ ਜ਼ਮੀਨ ਹੋਏ ਤੁਹਾਡੀ ਪੰਚਾਇਤੀ ਜ਼ਮੀਨ ਹੋਏ ਜੋ ਕੁਝ ਹੋਏ ਤੁਸੀਂ ਲਾਓ ਤਾਂ ਕਿ ਆਪਾਂ ਆਪਣੇ ਇੱਥੇ ਹਾਲਾਤ ਜਿਹੜੀ ਸਾਇੰਟਿਸਟ ਡਾਕਟਰ ਸਾਨੂੰ ਦੱਸਦੇ ਨੇ ਜ਼ਿਆਦਾ ਆਕਸੀਜਨ ਦੀ ਆਪਾਂ ਨੂੰ ਲੋੜ ਹੈ ਔਰ ਇਹ ਬਿਮਾਰੀਆਂ ਹੁਣ ਫਿਰਦੀਆਂ ਨੇ ਉਹਦਾ ਵੀ ਇਹਦੇ 'ਤੇ ਅਸਰ ਬੜਾ ਪਊਗਾ ਅਤੇ ਤੁਸੀਂ ਆਪਣੇ ਜ਼ਰੂਰ ਦਰਖਤ ਉੱਥੇ ਲਗਾਓ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਬੜੀ ਹੁਣ ਕੁਝ ਦਿਨ ਪਹਿਲਾਂ ਇਮਤਿਹਾਨ ਆਏ ਨੇ ਸਾਡੇ ਇਹ ਵਧਾਈ ਹੋਏ ਸਾਰੇ ਪੰਜਾਬ ਨੂੰ ਸਾਰੇ ਸਕੂਲਾਂ ਨੂੰ ਜਿਨ੍ਹਾਂ ਨੇ ਅੱਜ ਗਵਰਨਮੈਂਟ ਸਕੂਲ ਦੇ ਵਿੱਚ ਸਾਡਾ ਸਕੂਲ ਬੋਰਡ ਜਿਹੜੀ ਪੰਜਾਬ ਸਕੂਲ ਬੋਰਡ ਦੇ ਇਤਿਹਾਸ ਦੇ ਵਿੱਚ ਇੰਨੀ ਜਿਹੜੀ ਪਰਸੈਂਟੇਜ ਸਾਡੀ 94.32% ਲੋਕ ਬੱਚੇ ਸਾਡੇ ਪਾਸ ਹੋਏ ਨੇ ਇਹ ਬਹੁਤ ਇੱਕ ਵਧਾਈ ਪਾਤਰ ਹੋ ਸਾਰੇ ਤੁਸੀਂ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਲਿੱਤਾ ਹੈ ਜਿਹੜੇ ਟੀਚਰਾਂ ਨੇ ਪੜ੍ਹਾਇਆ ਹੈ ਜੋ ਸਕੂਲ ਦੇ ਸਾਡੇ ਅਧਿਕਾਰੀ ਨੇ ਜਿਨ੍ਹਾਂ ਨੇ ਸਭ ਕੁਛ ਇਹ ਔਰ ਐਜੂਕੇਸ਼ਨ ਡਿਪਾਰਟਮੈਂਟ 'ਤੇ ਜਿਨ੍ਹਾਂ ਨੇ ਹਿੰਮਤ ਨਾਲ ਇਹ ਕੁਛ ਕਰਾਈ ਹੈ ਇਹ ਐਡਮਿਸ਼ਨ ਜਿਹੜੇ ਹੁਣ ਗਵਰਨਮੈਂਟ ਸਕੂਲ 'ਚ ਹੈ ਦੇਖੋ ਇਹ ਰਿਜ਼ਲਟਾਂ ਦਾ ਇਹਦੇ ਅਸਰ ਇਹ ਪਿਆ ਕਿ 13% ਸਾਡੀ ਜਿਹੜੀ ਐਡਮਿਸ਼ਨ ਹੈ ਇਹ ਵਧੀ ਹੈ ਸਾਡੇ ਗਵਰਨਮੈਂਟ ਸਕੂਲ ਦੇ ਵਿੱਚ ਇਹ ਅਨਪ੍ਰੈਸੀਡੈਂਟਡ ਹੈ ਆਮ ਤੌਰ 'ਤੇ ਕੀ ਹੁੰਦਾ ਸੀ ਸਰਕਾਰੀ ਸਕੂਲਾਂ ਨੂੰ ਛੱਡ ਕੇ ਪ੍ਰਾਈਵੇਟ ਸਕੂਲਾਂ ਜਾਂਦੇ ਸੀ ਹੁਣ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਆ ਰਹੇ ਨੇ ਉਹਦਾ ਮਤਲਬ ਕਿਉਂਕਿ ਰਿਜ਼ਲਟ ਅੱਛਾ ਆ ਰਿਹਾ ਹੈ ਅੱਛੀ ਟੀਚਰਸ ਆਏ ਨੇ ਸਾਡੇ ਅੱਛੀ ਪੜ੍ਹਾਈ ਹੋ ਰਹੀ ਹੈ ਜਿਹੜੇ 98% ਤੋਂ ਜ਼ਿਆਦਾ ਕਲਾਸ 12 ਦੇ ਵਿੱਚ ਜਿਹੜੇ ਸਟੂਡੈਂਟਾਂ ਨੂੰ 98% ਤੋਂ ਜ਼ਿਆਦਾ ਇਹਨਾਂ ਨੂੰ ਮਾਰਕਸ ਮਿਲੇ ਨੇ ਉਹ 335 ਇਹੋ ਜਿਹੇ ਬੱਚੇ ਨੇ ਸਾਡੇ ਉਹਨਾਂ ਨੂੰ ਮੈਂ ਇੱਕ ਕੈਸ਼ ਪ੍ਰਾਈਜ਼ 5100 ਦਾ ਸਾਰਿਆਂ ਨੂੰ ਦੇਣਾ ਚਾਹੁੰਦਾ ਤਾਂ ਕਿ ਇੱਕ ਇਨਸੈਂਟਿਵ ਤੌਰ 'ਤੇ ਔਰ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ
ਜਿਹਦੇ ਕਰਕੇ ਰਿਜ਼ਲਟ ਆਇਆ ਉਹਨਾਂ ਉਸ ਕਰਕੇ ਵਧਾਈ ਹੋਏ ਤੁਹਾਨੂੰ ਸਾਰੇ ਬੱਚਿਓ ਔਰ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਹੋਏ ਔਰ ਤੁਸੀਂ ਇਸੇ ਤਰੀਕੇ ਨਾਲ ਆਪਣੇ ਅੱਗੇ ਵੀ ਪੜ੍ਹਾਈ ਅਸੀਂ ਕਰਦੇ ਰਹੋ। ਔਰ ਖਾਸ ਅਖੀਰ 'ਚ ਜਿਹੜੇ ਸਟਾਫ ਔਰ ਟੀਚਰਸ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੋਏ। ਤੁਸੀਂ ਉਹ ਲੋਕ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਹੈ ਔਰ ਇਹ ਬੱਚਿਆਂ ਨੂੰ ਇਹ ਰਿਜ਼ਲਟ ਪਾਏ ਨੇ ਔਰ ਸਾਡੇ ਪੰਜਾਬ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਜਿਹੜੇ ਆਏ ਨੇ ਇਹ ਤੁਹਾਡੇ ਸਿਹਰਾ ਲੱਗਦਾ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੈ ਤੁਹਾਨੂੰ ਕਿ ਤੁਸੀਂ ਇਹ ਕੁਝ ਕੀਤਾ ਹੈ। ਇੱਕ ਜਿਹੜਾ ਐਲਾਨ ਮੈਂ ਕਰਨਾ ਚਾਹੁੰਦਾ ਸੀ ਕਿ ਜਿੱਥੇ ਤੱਕ ਸਰਕਾਰੀ ਸਕੂਲਾਂ ਦਾ ਹੈ ਕਿ ਇਹਦੇ ਵਿੱਚ ਜਿਹੜੀ ਬੜੀ ਫੀਸ ਦੀ ਗੱਲਾਂ ਚੱਲ ਰਹੀਆਂ, ਪ੍ਰਾਈਵੇਟ ਸਕੂਲਾਂ ਨੇ ਫੀਸ ਲਗਾ ਰਹੇ ਨੇ, ਸਭ ਕੁਝ ਕਰ ਰਹੇ ਨੇ, ਜਿਹਦੇ ਵਿੱਚ ਅਸੀਂ ਕਾਨੂੰਨ ਦੇ ਸਾਹਮਣੇ ਜਾ ਰਹੇ ਹਾਂ ਇਹਦੇ ਕੋਈ ਹੱਲ ਕੱਢਣ ਲਈ। ਲੇਕਿਨ ਇਹ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਸਾਡੇ ਗਵਰਨਮੈਂਟ ਸਕੂਲ ਵਾਸਤੇ ਇਹਦੇ ਵਿੱਚ ਕੋਈ ਐਡਮਿਸ਼ਨ ਫੀ ਨਹੀਂ ਹੋਏਗੀ, ਕੋਈ ਰੀਐਡਮਿਸ਼ਨ ਫੀ ਨਹੀਂ ਹੋਏਗੀ ਔਰ ਕੋਈ ਟਿਊਸ਼ਨ ਫੀਸ ਨਹੀਂ ਹੋਣਗੀਆਂ। ਇਹ ਕਿਸੇ ਬੱਚੇ ਤੋਂ ਇਹ ਤਿੰਨੋਂ ਚੀਜ਼ਾਂ ਨਹੀਂ ਲਿੱਤੀਆਂ ਜਾਣਗੀਆਂ ਔਰ ਅਸੀਂ ਇਹਦਾ ਸਕੂਲ ਚਲਾਵਾਂਗੇ ਜੈਸੇ ਅਸੀਂ ਚਲਾਉਂਦੇ ਆਏ ਹਾਂ ਔਰ ਥੋੜ੍ਹੀ ਪੜ੍ਹਾਈ ਪੂਰੀ ਅਸੀਂ ਰੱਖਾਂਗੇ ਉੱਥੇ। ਓਪਨ ਸਕੂਲਸ ਦੇ ਮੇਰੇ ਵਾਸਤੇ ਬਹੁਤ ਕੁਝ ਆਉਂਦਾ ਰਹਿੰਦਾ ਹੈ ਸੋਸ਼ਲ ਮੀਡੀਆ 'ਤੇ ਕਿ ਸਾਨੂੰ ਵੀ ਪਾਸ ਕਰੋ। ਬੇਟਾ ਗੱਲ ਇਹ ਹੈ ਕਿ ਅਸੀਂ ਕੀਤੇ ਨੇ ਜਿਹੜੇ ਇੰਟਰਨਲ ਅਸੈਸਮੈਂਟ ਦੇ ਬੇਸਿਸ 'ਤੇ, ਕਿਉਂਕਿ ਇਮਤਿਹਾਨ ਤਾਂ ਹੋਏ ਨਹੀਂ, ਇੰਟਰਨਲ ਅਸੈਸਮੈਂਟ ਦੇ ਬੇਸਿਸ 'ਤੇ ਅਸੀਂ ਲੋਕਾਂ ਨੂੰ ਪ੍ਰਮੋਟ ਕੀਤਾ ਸੀ ਸਕੂਲਾਂ ਤੋਂ। ਲੇਕਿਨ ਤੁਸੀਂ ਜਿਹੜੇ ਆਪਣੇ ਘਰ 'ਚ ਪੜ੍ਹ ਕੇ ਫਿਰ ਆ ਕੇ ਸਕੂਲ ਕਲਾਸਾਂ ਦੇ ਵਿੱਚ ਜਾ ਕੇ ਆਪਣੇ ਇਮਤਿਹਾਨ ਕਰਦੇ ਹੋ, ਤੁਹਾਡੀ ਕੋਈ ਇੰਟਰਨਲ ਅਸੈਸਮੈਂਟ ਨਹੀਂ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਕਹਿ ਰਿਹਾ ਉਹਨਾਂ ਨੂੰ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿ ਤੁਹਾਨੂੰ ਪ੍ਰੋਵੀਜ਼ਨਲ ਐਡਮਿਸ਼ਨ ਦੇ ਦੇਣ। ਪ੍ਰੋਵੀਜ਼ਨਲ ਐਡਮਿਸ਼ਨ ਜਿਹੜੇ ਤੁਸੀਂ ਹੋ ਕਿੰਨੇ ਹੋ ਤੁਸੀਂ 31,000 ਬੱਚੇ ਹੋ ਸਾਡੇ ਸਕੂਲ ਪੰਜਾਬ ਦੇ ਵਿੱਚ, ਤੁਹਾਨੂੰ ਪ੍ਰੋਵੀਜ਼ਨਲ ਐਡਮਿਸ਼ਨ ਦੇ ਦੇਣਗੇ। ਲੇਕਿਨ ਜਦੋਂ ਇਮਤਿਹਾਨ ਹੋਣਗੇ, ਜਦੋਂ ਵੀ ਹੋਣਗੇ ਉਹਦੇ ਵਾਸਤੇ ਤੁਹਾਨੂੰ ਬੈਠਣਾ ਪਊ। ਤੁਸੀਂ ਚਲੇ ਜਾਓ ਪ੍ਰੋਵੀਜ਼ਨਲੀ 12 'ਚ, ਲੇਕਿਨ ਤੁਸੀਂ 12ਵੀਂ ਦਾ ਇਮਤਿਹਾਨ ਜਦੋਂ ਲੱਗੂਗਾ, ਗਵਰਨਮੈਂਟ ਜਦੋਂ ਹਾਲਾਤ ਸੁਧਰਨਗੇ ਉਦੋਂ ਤੁਹਾਨੂੰ ਆਪਣਾ ਇਮਤਿਹਾਨ ਦੇਣਾ ਪਊ। ਤੋ ਇਹਨਾਂ ਤੁਹਾਡੇ ਵਾਸਤੇ ਕਰ ਸਕਦੇ ਹਾਂ। ਨਹੀਂ ਤਾਂ ਅਗਰ ਤੁਹਾਡਾ ਕੋਈ ਐਡਮਿਸ਼ਨ ਦਾ ਕੋਈ ਰਿਕਾਰਡ ਹੁੰਦਾ ਪਹਿਲਾਂ ਦਾ ਪ੍ਰੋਵੀਜ਼ਨਲ ਦੂਸਰਾ ਇੰਟਰਨਲ ਅਸੈਸਮੈਂਟ ਦਾ, ਉਹ ਅਸੀਂ ਤੁਹਾਨੂੰ ਉਦੋਂ ਅਸੀਂ ਦੇ ਦੇਣਾ ਸੀ। ਲੇਕਿਨ ਤੁਹਾਡੀ ਇੰਟਰਨਲ ਅਸੈਸਮੈਂਟ ਨਹੀਂ ਹੋਈ, ਇਸ ਕਾਰਨ ਸਾਨੂੰ ਇੱਥੇ ਤਾਈਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਇਸ ਤੋਂ ਜ਼ਿਆਦਾ ਨਹੀਂ ਕਰ ਸਕਾਂਗੇ। ਹੁਣ ਤੁਸੀਂ ਜਿਹੜੇ ਸਵਾਲ ਮੈਨੂੰ ਕੀਤੇ ਨੇ, ਇੱਕ ਤਾਂ ਕਿਸੇ ਨੇ ਸ਼ੰਕਰ ਜਿੰਦਲ ਜੀ ਨੇ ਸਮਾਣੇ ਤੋਂ ਪੁੱਛਿਆ ਕਿ ਛੋਟੀ ਵੀ ਸਰਜਰੀ ਹੋਏ ਡਾਕਟਰ ਸਾਡਾ ਟੈਸਟ ਕਰਾਉਂਦੇ ਨੇ ਕੋਵਿਡ ਦਾ, ਇਹਦੀ ਕੀ ਲੋੜ ਹੈ? ਜਿਹੜੇ ਬਾਹਰੋਂ ਆਉਣ ਲੋਕ ਉਹਨਾਂ ਦੀ ਅਸੀਂ ਕਰਾਵਾਂਗੇ, ਲੇਕਿਨ ਬੇਟਾ ਇਹ ਦੋਨਾਂ ਦੀ ਕਰਾਵਾਂਗੇ ਅਸੀਂ। ਜਿਹੜੇ ਤਾਂ ਬਾਹਰੋਂ ਆਉਣੇ ਉਹਨਾਂ ਦਾ ਤਾਂ ਹੋਣਾ ਹੀ ਹੋਣਾ, ਲੇਕਿਨ ਜਦੋਂ ਤੁਸੀਂ ਕਿਸੇ ਛੋਟੀ ਸਰਜਰੀ ਵਾਸਤੇ ਵੀ ਜਾਂਦੇ ਹੋ, ਡਾਕਟਰਸ ਹੁੰਦੇ ਨੇ, ਨਰਸਿਸ ਹੁੰਦੇ ਨੇ, ਅਸਿਸਟੈਂਟਸ ਹੁੰਦੇ ਨੇ, ਔਰ ਅਗਰ ਤੁਹਾਡਾ ਟੈਸਟ ਹੋ ਜਾਏ ਔਰ ਤੁਸੀਂ ਉਹਦੇ 'ਚ ਨੈਗੇਟਿਵ ਆਓ, ਉਹਨਾਂ ਦਾ ਵੀ ਬਚਾਅ ਹੋ ਜਾਂਦਾ ਔਰ ਉਹਨਾਂ ਹੋਰਾਂ ਦਾ ਜਿਹੜੇ ਹਸਪੀਟਲ ਦੇ ਵਿੱਚ ਨੇ ਮਰੀਜ਼ ਜਿਨ੍ਹਾਂ ਨੂੰ ਨਹੀਂ ਬਿਮਾਰੀ, ਅਗਰ ਕਿਸੇ ਨੂੰ ਬਿਮਾਰੀ ਹੈ ਔਰ ਉਹਦਾ ਟੈਸਟ ਨਹੀਂ ਹੁੰਦਾ, ਉਹਨਾਂ ਨੂੰ ਵੀ ਦੇ ਸਕਦਾ। ਇਸ ਕਰਕੇ ਇਹ ਜੋ ਫੈਸਲਾ ਹੈਲਥ ਡਿਪਾਰਟਮੈਂਟ ਨੇ ਕੀਤਾ ਕਿ ਜੋ ਵੀ ਤੁਸੀਂ ਸਰਜਰੀ ਵਾਸਤੇ ਜਾਓ ਉਦੋਂ ਵੀ ਟੈਸਟ ਹੋ, ਔਰ ਨੈਚੁਰਲੀ ਜਿਹੜੇ ਬਾਹਰੋਂ ਆਉਣਗੇ ਦੂਜੇ ਸੂਬਿਆਂ ਤੋਂ ਉਹਨਾਂ ਦਾ ਟੈਸਟ ਹੋਣਾ ਹੀ ਹੋਣਾ। ਇਹ ਜਵਾਬ ਹੈ ਤੁਹਾਡਾ। ਇਹ ਮੈਨੂੰ ਪੁੱਛਦੇ ਨੇ ਗੁਰਦਾਸਪੁਰ ਤੋਂ ਪ੍ਰਿੰਸ ਜੀ ਕਿ ਸਾਡੇ ਧਾਰਮਿਕ ਜਗ੍ਹਾ 'ਚ, ਇਹ ਮੈਂ ਸਵਾਲ ਪਹਿਲਾਂ ਹੀ ਤੁਹਾਨੂੰ ਜਵਾਬ ਦੇ ਚੁੱਕਿਆ ਕਿ ਬੜੇ ਲੋਕ ਧਾਰਮਿਕ ਜਗ੍ਹਾ 'ਚ ਇਕੱਠੇ ਹੋ ਜਾਂਦੇ ਨੇ। ਇਹਨੂੰ ਇਨਫੋਰਸ ਕਰਨ ਵਾਸਤੇ ਮੈਂ DGP ਸਾਹਿਬ ਨੂੰ ਵੀ ਕਹਾਂਗਾ ਕਿ ਉਹ ਆਪਣੇ ਮਹਿਕਮੇ ਨੂੰ ਕਹਿਣ ਕਿ ਇਹਦੀ ਇਨਫੋਰਸਮੈਂਟ ਕਰਨ। ਲੇਕਿਨ ਕੀ ਸਾਡਾ ਮੈਂ ਅਪੀਲ ਕੀਤੀ ਹੈ ਹੁਣੀ, ਉਹ ਅਪੀਲ 'ਚ ਮੈਂ ਆਸ ਕਰਦਾ ਹਾਂ ਕਿ ਤੁਹਾਡੇ ਜਿਹੜੇ ਆਪਣੇ ਧਾਰਮਿਕ ਉੱਥੇ ਸ਼ਖਸੀਅਤਾਂ ਨੇ ਜੋ ਆਪਣੇ ਚਾਹੇ ਕਿਸੇ ਧਰਮ ਦੇ ਵਿੱਚ ਵੀ, ਉਹ ਆਪਣੇ ਤੌਰ 'ਤੇ ਜ਼ਿੰਮੇਵਾਰੀ ਸਮਝ ਕੇ ਆਪਣੇ ਸੰਗਤ ਨੂੰ ਜ਼ਰੂਰ ਇਹ ਗੱਲਾਂ ਦੱਸਣ ਔਰ ਚੈੱਕ ਕਰਨ ਵਾਸਤੇ ਪੁਲਿਸ ਫੋਰਸ ਚੈੱਕ ਕਰੇਗੀ। ਇੱਕ ਤੁਸੀਂ ਸਵਾਲ ਇਹ ਕੀਤਾ ਕਿ
ਬੱਸਾਂ ਦੇ ਵਿੱਚ ਜ਼ਿਆਦਾ ਬੰਦੇ ਬਹਿ ਸਕਦੇ ਨੇ, ਪੂਰੇ ਬੰਦੇ ਬਹਿ ਸਕਦੇ ਨੇ। ਮੈਂ ਇਜਾਜ਼ਤ ਦਿੱਤੀ ਸੀ ਕਿ ਮਿਨੀ ਬੱਸ ਵੀ ਔਰ ਵੱਡੇ ਬੱਸ ਵੀ, ਉਹਦੇ ਵਿੱਚ ਤੁਸੀਂ ਪੂਰੀ ਬੱਸਿਸ ਹੋ ਸਕਦੀਆਂ ਨੇ, ਕਿਉਂਕਿ ਪੈਟਰੋਲ ਦਾ ਕੀਮਤ ਵੱਧ ਗਈ ਸੀ, ਡੀਜ਼ਲ ਦੀ ਵੱਧ ਗਈ ਸੀ, ਔਰ ਅਗਰ ਅਸੀਂ ਸੋਸ਼ਲ ਡਿਸਟੈਂਸਿੰਗ ਰੱਖਦੇ ਫਿਰ ਉਹਨਾਂ ਦਾ ਖਰਚਾ ਨਹੀਂ ਨਿਕਲਦਾ ਸੀਗਾ। ਤੋ ਉਹਦੇ ਬਾਵਜੂਦ ਦੇਣ ਤੋਂ ਬਾਅਦ ਵੀ, ਕਿਉਂਕਿ ਮੂਵਮੈਂਟ ਪੰਜਾਬ ਦੇ ਵਿੱਚ ਘੱਟ ਹੈ, ਜਿਹੜੀ ਮੈਂ ਇਜਾਜ਼ਤ ਦਿੱਤੀ ਸੀ, ਪਰ ਉਹਦੇ ਬਾਵਜੂਦ ਸਿਰਫ 25 ਤੋਂ ਲੈ ਕੇ 50% ਇਸ ਵੇਲੇ ਤੱਕ ਬੱਸਾਂ ਦੇ ਵਿੱਚ ਲੋਕ ਜਾ ਰਹੇ ਨੇ, ਕਿਉਂਕਿ ਲੋਕ ਘੁੰਮ ਨਹੀਂ ਰਹੇ ਇੰਨੇ ਜ਼ਿਆਦਾ ਇਸ ਬਿਮਾਰੀ ਕਰਕੇ। ਲੇਕਿਨ ਤੁਸੀਂ ਜਿਹੜੀ ਪੁੱਛੀ ਹੈ ਕਿ ਜਿਹੜਾ ਗੱਡੀਆਂ ਨੇ, ਗੱਡੀਆਂ ਦੇ ਵਿੱਚ ਵੀ ਫਿਰ ਇਹ ਕਿਉਂ ਨਹੀਂ, ਹਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ ਇਸ 'ਚ, ਔਰ ਮੈਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਕਹੂੰਗਾ ਕਿ ਗੱਡੀ ਦੇ ਲਿਹਾਜ਼ ਨਾਲ ਤੁਸੀਂ ਪੈਸੇਂਜਰ ਦਾ ਵਾਧਾ ਉਹਦੇ 'ਚ ਕਰ ਸਕਦੇ ਹੋ। ਹੁਣ ਅਗਰ ਬਹੁਤ ਛੋਟੀ ਗੱਡੀ ਹੈ, ਉਹਦੇ 'ਚ ਸ਼ਾਇਦ ਇੱਕ ਅੱਗੇ ਬਹਿ ਸਕਦੇ ਆ, 2 ਪਿੱਛੇ ਬਹਿ ਸਕਦੇ ਨੇ। ਜਿਹੜੀ ਵੱਡੀਆਂ ਗੱਡੀਆਂ ਨੇ ਸ਼ਾਇਦ ਉਹਦੇ ਜ਼ਿਆਦਾ ਵੱਡੇ ਬਹਿ ਸਕਦੇ ਨੇ। ਇਹ ਐਜੂਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਇਹਦੇ ਗਾਈਡਲਾਈਨਸ ਕੱਢ ਦੂਗਾ, ਰੂਲਸ ਤੁਹਾਨੂੰ ਜਲਦੀ ਅਸੀਂ ਤੁਹਾਨੂੰ ਐਲਾਨ ਕਰ ਦਾਂਗੇ ਦਾ। ਇਹ ਸਵਾਲ ਕੀਤਾ ਸੀਗਾ ਜਸਬੀਰ ਕੰਗ ਜੀ ਨੇ। ਹਾਂ, ਮੈਨੂੰ ਇਹ ਤੁਸੀਂ ਸਵਾਲ ਕੀਤਾ ਹੈ ਕਿ ਰਕਸ਼ਾ ਬੰਧਨ 'ਤੇ ਤੁਸੀਂ ਇੰਟਰਸਟੇਟ ਬੱਸਾਂ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ। ਅਸੀਂ ਆਪਣੇ ਤੌਰ 'ਤੇ ਕੋਈ ਨਹੀਂ ਕੀਤੀ। ਪੰਜਾਬ ਤੋਂ ਹਿਮਾਚਲ ਜਾਣੀ ਹੈ, ਕੋਈ ਬੱਸ ਸ਼ੌਕ ਨਾਲ ਜਾ ਸਕਦੀ ਹੈ, ਹਰਿਆਣੇ ਜਾ ਸਕਦੀ ਹੈ, ਰਾਜਸਥਾਨ ਜਾ ਸਕਦੀ ਹੈ। ਅਸੀਂ ਨਹੀਂ ਕਿਸੇ ਨੂੰ ਰੁਕਾਵਟ ਪਾਈ। ਦੂਜੀਆਂ ਸਟੇਟਾਂ ਦਾ ਮੈਨੂੰ ਨਹੀਂ ਪਤਾ, ਅਗਰ ਦੂਜੀਆਂ ਸਟੇਟ ਬੱਸਾਂ ਨਹੀਂ ਆਉਣ ਦਿੰਦੀਆਂ ਉਹ ਤਾਂ ਫਿਰ ਉਹਨਾਂ ਦੀ ਗੱਲ ਹੈ, ਲੇਕਿਨ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਔਰ ਇੱਕ ਗੱਲ ਇਹਦੇ 'ਚ ਮੈਂ ਇੱਕ ਹੋਰ ਜੋੜਨਾ ਚਾਹੁੰਦਾ, ਮੈਨੂੰ ਇੱਕ ਹਲਵਾਈਆਂ ਤੋਂ ਖਾਸ ਕਰਕੇ ਰਿਕੁਐਸਟ ਆਈ ਹੈ ਕਿ ਤੁਸੀਂ ਐਤਵਾਰ ਨੂੰ ਦੁਕਾਨਾਂ ਸਾਰੀਆਂ ਬੰਦ ਨੇ ਸਾਡੀਆਂ। ਇਸ ਐਤਕੀ ਐਤਵਾਰ ਹੈ 2 ਅਗਸਤ ਨੂੰ, ਔਰ ਰਕਸ਼ਾ ਬੰਧਨ 3 ਅਗਸਤ ਨੂੰ ਹੈ। ਤਾਂ ਤੁਸੀਂ ਸਾਨੂੰ ਇਜਾਜ਼ਤ ਦਿਓ, ਕਿਉਂਕਿ ਉੱਥੇ ਸਾਡੀ ਬਹੁਤ ਮਠਿਆਈਆਂ ਲੋਕ ਖਰੀਦਣ ਵਾਸਤੇ ਆਉਂਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਔਰ ਅਸੀਂ ਤੁਹਾਨੂੰ 2 ਤਰੀਕ ਨੂੰ ਤੁਸੀਂ ਐਤਵਾਰ ਨੂੰ ਆਪਣੀ ਹਲਵਾਈ ਦੀ ਦੁਕਾਨਾਂ ਖੋਲ੍ਹੋ ਔਰ ਜ਼ਰੂਰ ਉੱਥੇ ਆਪਣਾ ਬਿਜ਼ਨਸ ਜੋ ਕੁਝ ਕਰਨਾ ਹੈ, ਤਾਂ ਕਿ ਰਕਸ਼ਾ ਬੰਧਨ ਦਾ ਆਪਾਂ ਕਵਰ ਕਰ ਸਕੀਏ ਜੋ ਵੀ ਮਠਿਆਈਆਂ ਵਗੈਰਾ ਲੋਕ ਖਰੀਦਦੇ ਨੇ ਉਸ ਦਿਨ। ਇੱਕ ਮੈਨੂੰ ਇਹ ਪੁੱਛਿਆ ਸੀ ਮੈਨੂੰ ਰਾਜੇਸ਼ ਕੁਮਾਰ ਜੀ ਨੇ ਜਲੰਧਰ ਤੋਂ। ਇੱਕ ਸਵਾਲ ਆਇਆ ਮੇਰਾ ਕਿ ਇਹ ਉਹਨਾਂ ਨੇ ਪੁੱਛਿਆ ਕਿ ਬਫਰ ਜ਼ੋਨ ਔਰ ਕੰਟੇਨਮੈਂਟ ਜ਼ੋਨ ਐਂਡ ਹੈਲਦੀ ਜ਼ੋਨ ਦਾ ਮਤਲਬ ਕੀ ਹੈ। ਮਾਈਕਰੋ ਕੰਟੇਨਮੈਂਟ ਜ਼ੋਨ ਫॉर ਇੰਡੀਵਿਜੂਅਲ ਅਫੈਕਟਡ ਹੈਬਿਟੇਸ਼ਨਸ ਕੀ ਹੈ। ਕੰਟੋਨਮੈਂਟ ਜ਼ੋਨਸ ਫॉर ਲਾਰਜ ਅਫੈਕਟਡ ਹੈਬਿਟੇਸ਼ਨਸ ਕੀ ਹੈ। ਬੇਟਾ ਪਹਿਲਾਂ ਜਦ ਸ਼ੁਰੂ ਹੋਇਆ ਸੀ ਨਾ, ਅਸੀਂ ਜਦੋਂ ਲੋਕਡਾਊਨ ਕੀਤਾ ਸੀ, ਉਹ ਤਾਂ ਪੂਰਾ ਲੋਕਡਾਊਨ ਸੀ। ਉਸ ਤੋਂ ਬਾਅਦ ਅਸੀਂ ਕੰਟੇਨਮੈਂਟ ਜ਼ੋਨਸ ਕਿ ਕਿਸੇ ਮਹੱਲੇ 'ਚ ਹੋ ਜੇ, ਫਰਜ਼ ਕਰੋ ਮੈਂ ਪਟਿਆਲੇ ਦੀ ਗੱਲ ਕਰਦਾ, ਇੱਕ ਮਹੱਲੇ 'ਚ ਸਾਡੇ ਹੋ ਜੇ, ਇਹਦਾ ਮਤਲਬ ਇਹ ਨਹੀਂ ਕਿ ਮੇਨ ਸਿਟੀ ਦੇ ਵਿੱਚ, ਪੁਰਾਣੀ ਸ਼ਹਿਰ ਦੇ ਵਿੱਚ ਤੁਸੀਂ ਕੋਈ ਇੱਕ ਮਹੱਲੇ 'ਚ ਹੋ ਜੇ ਔਰ ਤੁਸੀਂ ਸਾਰਾ ਪਟਿਆਲਾ ਹੀ ਬੰਦ ਕਰ ਦਿਓ। ਪਟਿਆਲਾ ਬੰਦ ਕਰਨ ਦਾ ਮਤਲਬ ਹੈ ਸਿਰਫ ਸ਼ਹਿਰ ਨਹੀਂ, ਮਤਲਬ ਰਾਜਪੁਰਾ ਵੀ, ਨਾਭਾ ਵੀ, ਸਮਾਣਾ ਵੀ, ਸ਼ਤਰਾਣਾ ਵੀ, ਉਹ ਵੀ ਬੰਦ ਕਰ ਦਿਓ। ਉਹਦਾ ਕੀ ਲੌਜਿਕ ਸੀ? ਤਾਂ ਹੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਇਹ ਨਹੀਂ ਲੋਕਡਾਊਨ ਦੇ ਨਾਲ ਇਹ ਗੱਲ ਚੱਲ ਸਕਦੀ, ਇਹਦਾ ਕੁਝ ਆਪਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਰਨੇ ਚਾਹੀਦੇ ਨੇ। ਹੁਣ ਉਹਦਾ ਮਾਈਕਰੋ ਕੰਟੇਨਮੈਂਟ ਜ਼ੋਨ ਦਾ ਇਹ ਮਤਲਬ ਹੈ ਕਿ ਅਗਰ ਫਰਜ਼ ਕਰੋ ਪਟਿਆਲੇ ਕਿਸੇ ਆਪਣੇ ਮੁਹੱਲੇ 'ਚ ਹੋ ਜੇ, ਤਾਂ ਇੱਕ ਮੁਹੱਲੇ ਦੇ ਖੂੰਜੇ ਦੇ ਵਿੱਚ ਕਿਸੇ ਘਰ ਦੇ ਵਿੱਚ ਹੈ, ਤਾਂ ਉਹ ਖੂੰਜੇ ਨੂੰ ਔਰ ਉਹਦੇ ਆਲੇ ਦੁਆਲੇ 2-4 ਘਰ ਹੋਰ ਅਸੀਂ ਬਫਰ ਜ਼ੋਨ ਬਣਾ ਕੇ ਉੱਥੇ ਰੱਖੀਏ, ਬਾਕੀ ਮੁਹੱਲਾ ਨੂੰ ਅਸੀਂ ਖੋਲ੍ਹ ਦਈਏ। ਇਹ ਸੀ ਮਾਈਕਰੋ ਕੰਟੇਨਮੈਂਟ ਜ਼ੋਨ। ਇਹ ਕੰਟੇਨਮੈਂਟ ਜ਼ੋਨ ਔਰ ਦੂਜੇ ਬਫਰ ਜ਼ੋਨ ਦਾ ਕੰਮ ਹੁਣ ਪਹਿਲਾਂ ਦਾ ਖਤਮ ਹੋ ਗਿਆ। ਹੁਣ ਤਾਂ ਮਾਈਕਰੋ ਕੰਟੇਨਮੈਂਟ 'ਤੇ ਅਸੀਂ ਆ ਗਏ ਹਾਂ, ਔਰ ਇਹ ਕੰਟਰੋਲ ਅੱਛਾ ਹੋ ਰਿਹਾ ਸਾਡੇ ਸ਼ਹਿਰਾਂ ਦੇ ਵਿੱਚ। ਇਹ ਜਿਹੜੀ ਬਿਮਾਰੀ ਵੱਧ ਰਹੀ ਹੈ ਨਾ, ਸਮਝੋ ਕਿ ਆਪਣੇ ਇੱਥੇ ਜ਼ਿਆਦਾ ਫੈਲ ਰਹੀ ਹੈ। ਲੋਕਲ ਵੀ ਕੁਛ ਹੁੰਦੀ ਹੈ, ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਔਰ ਤੁਸੀਂ ਮਾਸਕ ਨਹੀਂ ਪਾਉਂਦੇ ਤਾਂ ਇਹ ਗੱਲਾਂ ਹੋ ਜਾਂਦੀਆਂ ਨੇ, ਲੇਕਿਨ ਇਹ ਜ਼ਿਆਦਾ ਹੋ ਰਹੀ ਹੈ ਸਾਡੀ ਜਿਹੜੇ ਬਾਹਰੋਂ ਲੋਕ ਆ ਰਹੇ ਨੇ। ਬਾਹਰੋਂ ਅੱਜ ਵੀ ਤਕਰੀਬਨ 12-13-14 ਹਜ਼ਾਰ ਤੱਕ ਟਰੱਕ ਹੀ ਆਉਂਦੇ ਨੇ ਹਰ ਦਿਨ ਰੋਜ਼। ਉਹਦਾ ਮਤਲਬ 2 ਬੰਦੇ ਵੀ ਅਗਰ ਟਰੱਕ 'ਚ ਹੋਣ ਤਾਂ 24,000 ਬੰਦਾ ਤਾਂ ਇਹ ਹੋ ਗਿਆ। 7,000 ਦੇ ਕਰੀਬ ਤੁਹਾਡੀ ਗੱਡੀਆਂ ਆਉਂਦੀਆਂ ਨੇ ਡੇਲੀ ਦਿੱਲੀ ਦੇ GT ਰੋਡ ਦੇ ਉੱਪਰੋਂ। ਉਹਦੇ ਵਿੱਚ ਅਗਰ ਤੁਸੀਂ 2 ਬੰਦੇ ਵੀ ਰੱਖ ਲਓ 12,000 ਤਾਂ ਹੀ ਹੋ ਜਾਂਦੇ ਨੇ। ਤਾਂ ਦੇਖ ਲਓ ਰਲ ਕੇ ਤੁਹਾਡਾ 35-36 ਹਜ਼ਾਰ ਲੋਕ ਤੁਹਾਡੇ ਆ ਗਏ।
ਇੱਥੋਂ ਆ ਰਹੀ ਹੈ, ਕਿਉਂਕਿ ਦਿੱਲੀ ਬਿਲਕੁਲ ਬੁਰੀ ਹਾਲਤ ਦੇ ਵਿੱਚ ਹੈ ਇਸ ਵੇਲੇ। ਹਰਿਆਣੇ ਦੇ ਵਿੱਚ ਫਰੀਦਾਬਾਦ, ਗੁੜਗਾਂਵ ਵਗੈਰਾ ਦੇ ਵਿੱਚ ਇਹ ਬਹੁਤ ਪ੍ਰੋਬਲਮਸ ਆ ਰਹੀਆਂ ਨੇ, ਅਤੇ ਉੱਧਰੋਂ ਜ਼ਿਆਦਾ ਆ ਰਹੀ ਹੈ। ਉਹ ਅਸੀਂ ਚੈੱਕ ਕਰ ਰਹੇ ਹਾਂ ਸ਼ੰਭੂ ਵਗੈਰਾ ਸਾਡੇ ਬਾਰਡਰਾਂ ਦੇ ਉੱਪਰ, ਲੇਕਿਨ ਫਿਰ ਵੀ ਕਈ ਗੱਲ ਨਿਕਲ ਜਾਂਦੇ ਨੇ। ਔਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਕੰਟਰੋਲ ਅਸੀਂ ਇਹ ਰੱਖੀਏ ਉੱਥੇ ਵੀ ਔਰ ਇੱਧਰ ਵੀ। ਜਿਨ੍ਹਾਂ ਨੂੰ ਬਾਈ ਚਾਂਸ ਆ ਕੇ ਦੇਖੋ, ਹੁਣ ਤੁਸੀਂ ਬਾਰਡਰ 'ਤੇ ਚੈੱਕ ਕਰ ਲਓ, ਬਾਰਡਰ 'ਤੇ ਕੋਈ ਨੈਗੇਟਿਵ ਨਿਕਲਿਆ ਹੁੰਦਾ, ਲੇਕਿਨ ਇਹ ਬਿਮਾਰੀ ਨਿਕਲਦੀ ਹੈ ਕੋਈ 6 ਦਿਨਾਂ ਤੋਂ ਬਾਅਦ। ਅਗਰ ਅੱਜ ਮੈਨੂੰ ਇਨਫੈਕਸ਼ਨ ਹੋਈ ਹੈ, ਇਹ ਦਿਖੇਗੀ ਡਾਕਟਰਾਂ ਨੂੰ ਜਦ ਟੈਸਟ ਕਰਾਂਗੇ 5th ਡੇ ਤੋਂ ਬਾਅਦ, 5ਵੇਂ ਦਿਨ ਤੋਂ ਲੈ ਕੇ 7ਵੇਂ ਦਿਨ ਦੇ ਦੌਰਾਨ ਆਮ ਤੌਰ 'ਤੇ, ਲੇਕਿਨ ਜਾਂਦੀ ਹੈ 14 ਦਿਨ ਤੱਕ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਨੂੰ ਅਸੀਂ ਕੰਟਰੋਲ ਇਹ ਮਾਈਕਰੋ ਜ਼ੋਨਸ ਦੇ ਰਾਹੀਂ ਕਰੀਏ, ਕਿ ਮਾਈਕਰੋ ਜ਼ੋਨ ਜਿੱਥੇ ਹੋਇਆ ਇੱਕ, ਉੱਥੇ ਅਸੀਂ ਕੰਟਰੋਲ ਕਰ ਲਿਆ, ਉੱਥੇ ਇਹਨੂੰ ਸੀਲ ਆਫ ਕਰਤਾ, ਔਰ ਨਾਲ 2-3 ਘਰ ਜਿੱਥੇ ਕੋ ਹੋ ਸਕਦਾ ਹੈ ਕਿ ਉੱਥੇ ਬਿਮਾਰੀ ਚਲੀ ਗਈ, ਉਹਨੂੰ ਬਫਰ ਜ਼ੋਨ ਬਣਾਤਾ, ਔਰ ਬਫਰ ਜ਼ੋਨ ਤੋਂ ਬਾਅਦ ਉਸ ਤੋਂ ਬਾਅਦ ਬਾਕੀ ਮੁਹੱਲੇ ਨੂੰ ਅਸੀਂ ਖੋਲ੍ਹ ਦਿੱਤਾ। ਇਹ ਚੀਜ਼ਾਂ ਅਸੀਂ ਕਰ ਰਹੇ ਹਾਂ, ਔਰ ਇਹਦਾ ਮਤਲਬ ਇਹ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਪੁੱਛਿਆ, ਕਿਉਂਕਿ ਕਈ ਲੋਕ ਸੋਚ ਰਹੇ ਹੋਣੇ ਪਰ ਪੁੱਛ ਨਹੀਂ ਰਹੇ। ਆਹ ਹੈ ਸਾਡੇ ਇੱਥੇ ਦਾ, ਔਰ ਇਹਦੇ ਨਾਲ ਜੋ ਅਸੀਂ ਸੁਜੈਸ਼ਨ ਦਿੱਤੀ ਸੀ ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਨੇ ਸਾਡੀ ਗੱਲ ਮੰਨ ਲਈ, ਔਰ ਪੂਰੇ ਹਿੰਦੁਸਤਾਨ 'ਚ ਹੀ ਹੁਣੇ ਮਾਈਕਰੋ ਕੰਟੇਨਮੈਂਟ ਜ਼ੋਨ ਚੱਲ ਰਹੇ ਨੇ। ਇਹ ਮੈਨੂੰ ਪੁੱਛਿਆ ਮਨਪ੍ਰੀਤ ਸਿੰਘ ਜੀ ਖਮਾਣੋ ਕਲਾਂ ਫਤਿਹਗੜ੍ਹ ਸਾਹਿਬ ਤੋਂ। ਉਹਨਾਂ ਨੇ ਕਿਹਾ ਕਿ ਮੈਂ ਖਮਾਣੋ ਦਾ ਰਹਿਣ ਵਾਲਾ ਹੈ, ਮੈਂ ਇੱਕ ਗਰੀਬ ਦੁਕਾਨਦਾਰ ਹੈ। ਮੇਰੀ ਬੇਟੀ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੀ ਸੀ, ਔਰ ਸਕੂਲ ਨੇ ਐਨੂਅਲ ਚਾਰਜਸ ਮੈਥੋਂ ਮੰਗੇ, ਅਤੇ ਮੈਂ ਉਹ ਜਦ ਨਹੀਂ ਦੇ ਸਕਿਆ ਸੀ ਕਿ ਸਾਨੂੰ ਲਿਸਟ ਦੇ ਵਿੱਚੋਂ ਸਾਨੂੰ ਕੱਟ ਦਿੱਤਾ ਹੈ, ਔਰ ਮੈਨੂੰ ਹੋਮਵਰਕ ਵੀ ਨਹੀਂ ਦੇ ਰਹੇ ਇਸ ਵੇਲੇ। ਮੇਰੀ ਪਲੀਜ਼ ਮਦਦ ਕਰੋ। ਬੇਟਾ, ਮੈਂ ਕਿਹਾ ਹੋਇਆ ਸਾਰੇ ਸਕੂਲਾਂ ਨੂੰ, ਕੋਈ ਕਿਸੇ ਨੂੰ ਨਹੀਂ ਕੱਢੇਗਾ ਇਸ 'ਚ, ਔਰ ਮੈਂ ਹੁਣੀ ਡਿਪਟੀ ਕਮਿਸ਼ਨਰ ਨੂੰ ਦੱਸ ਰਿਹਾ ਕਿ ਜਾ ਕੇ ਉੱਥੇ ਦੇਖ ਕੇ ਆਉਣ ਕਿ ਸਕੂਲ ਨੇ ਇਹ ਉਲੰਘਣਾ ਕਿਉਂ ਕੀਤੀ ਹੈ। ਉਹਨਾਂ 'ਤੇ ਅਗਰ ਸਾਨੂੰ ਕੋਈ ਪੈਨਲਟੀ ਵੀ ਲਾਉਣੀ ਪਊ, ਮੈਂ ਪੈਨਲਟੀ ਲਾਉਣ ਨੂੰ ਤਿਆਰ ਹੈ। ਕੋਈ ਬੱਚੇ ਨੂੰ ਇਹ ਅਗਰ ਦੁਖੀ ਕਰਨਗੇ ਤਾਂ ਮੈਂ ਫਿਰ ਉਰੇ ਬੈਠਾ, ਮੈਂ ਦੇਖੂੰਗਾ ਕਿ ਕੈਸੇ ਬੱਚਿਆਂ ਨੂੰ ਉੱਥੇ ਇਹਨਾਂ ਦੁਖੀ ਕਰਨਗੇ, ਔਰ ਇਹ ਬੱਚੀ ਨੂੰ ਅਸੀਂ ਤੁਹਾਡੇ ਬੱਚੀ ਨੂੰ ਜ਼ਰੂਰ ਦੇਖਾਂਗੇ ਕਿ ਸਕੂਲ ਵਾਪਸ ਲਵੇ। ਔਰ ਡਿਪਟੀ ਕਮਿਸ਼ਨਰ ਨੂੰ ਮੈਂ ਹੁਣ ਅੱਜ ਹੀ ਦੱਸ ਰਿਹਾ ਕਿ ਅੱਜ ਜਾਂ ਕੱਲ੍ਹ ਤਾਈਂ ਉੱਥੇ ਪਹੁੰਚ ਕੇ, ਕੱਲ੍ਹ ਐਤਵਾਰ ਹੈ, ਕੋਈ ਗੱਲ ਨਹੀਂ, ਪਤਾ ਕਰੇ ਨੇ ਕੌਣ ਹੈ ਸਕੂਲ ਦੇ ਇੰਚਾਰਜ, ਔਰ ਇਹਨੂੰ ਠੀਕ ਕਰਨ ਜਾ ਕੇ। ਇਹ ਪੁੱਛਿਆ ਸਵਾਲ, ਕੋਈ ਨਾਂ ਨਹੀਂ ਹੈ ਸਕੂਲ 'ਚ ਨਾਂ 'ਚ। ਉਹਨਾਂ ਨੇ ਪੁੱਛਿਆ ਕਿ ਮੈਂ ਬੜੀ ਜਲਿਆਂਵਾਲਾ ਬਾਗ ਦਾ ਜਿਹੜਾ ਕੰਮ ਚੱਲ ਰਿਹਾ ਹੈ, ਉਹਦੇ ਵਿੱਚ ਮੈਨੂੰ ਕੁਛ ਇਹੋ ਜਿਹੀ ਤਸਵੀਰਾਂ ਦੇਖੀਆਂ ਸੀ ਜਿਹੜੀ ਹੋਣੀਆਂ ਨਹੀਂ ਚਾਹੀਦੀਆਂ ਸੀ ਉੱਥੇ। ਇੱਕ ਪਾਸੇ ਨੇ ਸਾਡੇ ਫਰੀਡਮ ਫਾਈਟਰਸ ਦੀ ਪਿਕਚਰ ਤਸਵੀਰਾਂ, ਔਰ ਦੂਜੇ ਕੋਈ ਹੋਰ ਕਿਸਮ ਦੀ ਤਸਵੀਰਾਂ, ਅਤੇ ਇਹ ਕਿਹਦਾ ਐਕਸ਼ਨ ਔਰ ਕੀ ਐਕਸ਼ਨ ਲਿੱਤਾ ਜਾਵੇਗਾ। ਬੇਟਾ, ਹੁਣ ਇਹ ਪ੍ਰਬੰਧ ਸਾਡੇ ਕੋਲ ਨਹੀਂ ਰਿਹਾ। ਇਹ ਹੁਣ ਆਰਕੀਓਲੋਜੀਕਲ ਸਰਵੇ ASI ਆਫ ਇੰਡੀਆ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਕਹਿੰਦੇ ਨੇ ASI ਨੂੰ, ਮਿਨਿਸਟਰੀ ਆਫ ਕਲਚਰ ਦੇ ਅਧੀਨ ਆਉਂਦਾ, ਗਵਰਨਮੈਂਟ ਆਫ ਇੰਡੀਆ ਦੇ। ਔਰ ਜਦ ਤੋਂ ਇਹ ਰੌਲਾ ਪਿਆ, ਉਹਨਾਂ ਨੇ, ਮੈਂ ਸੁਣਿਆ ਕਿ ਉਹ ਤਸਵੀਰਾਂ ਹਟਾ ਦਿੱਤੀਆਂ ਨੇ, ਲੇਕਿਨ ਉਹਨਾਂ ਦੀ ਜ਼ਿੰਮੇਵਾਰੀ ਸੀ, ਔਰ ਅਸੀਂ ਜਦ ਸਾਨੂੰ ਪਤਾ ਲੱਗਿਆ, ਅਸੀਂ ਉਹਨਾਂ ਨੂੰ ਦੱਸਿਆ ਸੀ, ਔਰ ਉਹ ਚੱਕ ਦਿੱਤੀਆਂ ਨੇ, ਉਹ ਹੈ ਨਹੀਂ ਇਸ ਵੇਲੇ। ਲੇਕਿਨ ਉਹਨਾਂ ਦਾ ਪੂਰਾ ਹੁਣ ਪ੍ਰਬੰਧ ਸਾਡਾ ਪੰਜਾਬ ਦਾ ਉਹਦੇ ਨਾਲ ਕੁਛ ਨਹੀਂ, ਸਾਰਾ ਹੀ ਗਵਰਨਮੈਂਟ ਆਫ ਇੰਡੀਆ ਨੇ ਸੰਭਾਲ ਲਿੱਤਾ। ਇਹ ਹੁਣ ਬਾਰ-ਬਾਰ ਇਹ ਆਈ ਜਾਂਦੀ ਹੈ ਸੋਸ਼ਲ ਮੀਡੀਆ 'ਤੇ, ਔਰ ਮੈਂ ਇਹਦਾ ਜਵਾਬ ਵੀ ਦੇ ਦਿੱਤਾ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਹਰ ਚੀਜ਼ ਦੇ ਵਿੱਚ ਸਿਆਸਤ ਖੇਡਦੇ ਨੇ ਲੋਕ। ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਹੈ, ਅਕਾਲੀ ਦਲ ਵੀ ਇਹ ਕਹਿੰਦੀ ਹੈ ਕਿ ਚੀਫ ਮਿਨਿਸਟਰ ਦੇ ਫੰਡ ਦੇ ਵਿੱਚ 67 ਕਰੋੜ ਰੁਪਈਆ ਆਇਆ, ਸਿਰਫ ਇਸਤੇਮਾਲ ਤੁਸੀਂ ਕੀਤਾ 2 ਕਰੋੜ 28 ਹਜ਼ਾਰ। ਮੈਨੂੰ ਸਮਝ ਨਹੀਂ ਆਉਂਦੀ ਇਹ ਲੋਕਾਂ ਦੀ। ਹਾਲੇ ਤਾਂ ਬਿਮਾਰੀ ਦੇ ਅਸੀਂ ਪੀਕ 'ਤੇ ਨਹੀਂ ਪਹੁੰਚੇ, ਪਤਾ ਨਹੀਂ ਕਿੰਨੇ ਪੈਸਿਆਂ ਦੀ ਸਾਨੂੰ ਲੋੜ ਹੈ। ਇਸ ਵੇਲੇ 300 ਕਰੋੜ ਪੰਜਾਬ ਦਾ ਖਰਚਾ ਹੋ ਗਿਆ ਕੋਵਿਡ 'ਤੇ, ਔਰ 500 ਕਰੋੜ ਅਸੀਂ ਸਮਝਦੇ ਹਾਂ ਕਿ ਸਾਡਾ ਉੱਥੇ ਤਾਈਂ ਪਹੁੰਚ ਜਾਣਾ ਹੈ। ਇੰਨਾ ਤਾਂ ਅਸੀਂ ਖਰਚ ਰਹੇ ਹਾਂ। ਇਹ 27 ਕਰੋੜ ਜਿਹੜਾ 60 ਕਰੋੜ ਆਇਆ ਚੀਫ ਮਿਨਿਸਟਰ ਫੰਡ ਦਾ, ਸਿਰਫ ਕੋਵਿਡ ਵਾਸਤੇ ਰੱਖਿਆ ਹੈ। ਇਟਸ ਅ ਕੋਵਿਡ ਰਿਲੀਫ ਫੰਡ, ਔਰ ਉਹ ਜਦੋਂ ਸਾਨੂੰ ਲੋੜ ਪਵੇਗੀ, ਪਤਾ ਨਹੀਂ ਕਦੋਂ ਤਾਂ ਇਹ ਬਿਮਾਰੀ ਚੱਲਣੀ ਹੈ, ਅਗਲੇ 6 ਮਹੀਨੇ, ਅਗਲਾ ਸਾਲ, ਅਗਲੇ 2 ਸਾਲ, ਰੱਬ ਜਾਣਦਾ ਹੈ। ਤਾਂ ਜਦੋਂ ਪਤਾ ਲੱਗੂਗਾ ਸਾਨੂੰ ਕਿ ਉੱਥੇ ਜਦੋਂ ਸਾਨੂੰ ਕੁਛ ਤਾਂ ਰਿਜ਼ਰਵ ਸਾਨੂੰ ਪੈਸੇ ਰੱਖਣੇ ਪੈਣਗੇ ਕਿ ਅਗਰ ਇਹ ਇਸ ਤਰੀਕੇ ਨਾਲ ਆ ਜਾਏ ਔਰ ਫੈਲ ਜਾਏ ਔਰ ਬਹੁਤ ਨੁਕਸਾਨ ਹੋ ਜਾਏ ਲੋਕਾਂ ਦਾ, ਫਿਰ ਅਸੀਂ ਰਿਲੀਫ ਕਿੱਥੋਂ ਦੇਵਾਂਗੇ।
ਤੇ ਇਹ ਰੌਲਾ ਪਾਉਣਾ ਇਹ ਅਕਾਲੀਆਂ ਨੂੰ ਔਰ ਇਹਨਾਂ ਆਮ ਆਦਮੀਆਂ ਨੂੰ ਮੈਨੂੰ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਰੌਲਾ ਪਾਉਣ ਤੋਂ ਪਹਿਲਾਂ ਜਰਾ ਸੋਚੋ ਕਿ ਕੀ ਹੋ ਰਿਹਾ ਦੁਨੀਆ 'ਚ, ਕੀ ਹੋ ਰਿਹਾ ਦੇਸ਼ 'ਚ ਔਰ ਕੀ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਔਰ ਫੇਰ ਹੀ ਬੋਲੋ। ਹਰ ਚੀਜ਼ ਨੂੰ ਤੁਸੀਂ ਸਿਆਸਤ ਬਣਾ ਦਿੰਦੇ ਹੋ। ਇੱਥੇ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਔਰ ਤੁਹਾਨੂੰ ਮੇਰਾ ਖਿਆਲ ਸਮਝਣਾ ਚਾਹੀਦਾ ਹੈ ਤੁਸੀਂ ਸਿਆਸੀ ਲੋਕ ਸ਼ੁੱਡ ਬੀ ਰਿਸਪੌਂਸਿਬਲ ਪੀਪਲ, ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੁਹਾਡੀ। ਔਰ ਤੁਸੀਂ ਇਸ ਕੰਮ 'ਤੇ ਨਾ ਉਤਰੋ ਕਿ ਤੁਸੀਂ ਇਹ ਕਹੋ ਕਿ ਹੁਣ ਮੈਂ ਹੁਣ 67 ਕਰੋੜ ਹੋਰ ਖਰਚ ਦੇਵਾਂ, ਫਿਰ ਅਗਰ ਇਹ ਬਿਮਾਰੀ ਵੱਧ ਜਾਂਦੀ ਹੈ ਫਿਰ ਮੈਂ ਪੈਸੇ ਕਿੱਥੋਂ ਲਿਆਉਂਗਾ। ਕੁਛ ਤਾਂ ਸੋਚਿਆ ਕਰੋ ਥੋੜ੍ਹਾ ਬਹੁਤਾ। ਹਰ ਚੀਜ਼ ਨੂੰ ਸਿਆਸੀ ਗੱਲ ਨਾ ਬਣਾਓ। ਇਹ ਗਰੀਬ ਲੋਕਾਂ ਦੀ ਜਾਨਾਂ ਦਾ ਸਵਾਲ ਹੈ, ਪੰਜਾਬੀਆਂ ਦੀ ਜਾਨਾਂ ਦਾ ਸਵਾਲ ਹੈ, ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਉਹ ਤਾਂ ਤੁਸੀਂ ਸੋਚਦੇ ਨਹੀਂ। ਤੁਸੀਂ ਹਰ ਵੇਲੇ ਕੋਈ ਨਾ ਕੋਈ ਚੀਜ਼ ਕੋਈ ਸਿਆਸੀ ਬਣਾ ਕੇ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਹੋ। ਸ਼ਰਮ ਦੀ ਗੱਲ ਹੈ। ਮੈਂ ਸੱਚੀ ਸਮਝਦਾ, ਮੈਨੂੰ 52 ਸਾਲ ਹੋ ਗਏ ਪੰਜਾਬ ਦੀ ਸਿਆਸਤ ਵਿੱਚ। ਇਹੋ ਜਿਹੀ ਗੱਲ ਨਹੀਂ ਮੈਂ ਕਦੇ ਦੇਖੀ ਜਦੋਂ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਹੋ ਸਿਰਫ ਆਪਣੀ ਸਿਆਸਤ ਨੂੰ ਵਧਾਉਣ ਵਾਸਤੇ। ਤੋ ਇਹ ਸਾਡੇ ਕੋਲ ਪਿਆ ਹੈ। ਸਾਡੇ ਕੋਲ ਸਿਰਫ 2 ਕਰੋੜ 28,000 ਰੁਪਏ ਖਰਚੇ ਹੈ ਔਰ 67 ਕਰੋੜ ਸਾਡੇ ਅਕਾਊਂਟ 'ਚ ਪਿਆ ਕੋਵਿਡ ਵਾਸਤੇ, ਔਰ ਸਿਰਫ ਕੋਵਿਡ ਵਾਸਤੇ ਖਰਚ ਹੋਏਗਾ ਜੈਸੇ ਸਾਨੂੰ ਲੋੜ ਪਏਗੀ। ਇਸ ਵੇਲੇ ਕਿਸੇ ਨੂੰ ਨਹੀਂ ਪਤਾ, ਨਾ ਤੁਹਾਨੂੰ, ਨਾ ਮੈਨੂੰ, ਨਾ ਦੁਨੀਆ ਦੇ ਮਾਹਰਾਂ ਨੂੰ, ਕਿ ਇਹ ਬਿਮਾਰੀ ਕਦੋਂ ਤੱਕ ਚੱਲਣੀ ਹੈ। ਦੇਖ ਲਓ ਦੁਨੀਆ ਦੇ ਵਿੱਚ ਕੀ ਹੋ ਰਿਹਾ, ਰੋਜ਼ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ। ਦੇਖ ਲਓ ਦੇਸ਼ ਦੇ ਵਿੱਚ ਕੀ ਹੋ ਰਿਹਾ। ਨੰਬਰ 2 'ਤੇ ਆ ਗਿਆ ਹਿੰਦੁਸਤਾਨ ਅੱਜ ਬਿਮਾਰੀ ਦੇ ਲਿਹਾਜ਼ ਨਾਲ, ਔਰ ਆਪਣੇ ਬਿਮਾਰੀ ਬਹੁਤ ਵੱਧ ਰਹੀ ਹੈ ਤੇਜ਼ੀ ਨਾਲ। ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਔਰ ਸਾਨੂੰ ਜ਼ਿੰਮੇਵਾਰੀ ਨਾਲ ਗੱਲ ਕਰਨਾ ਚਾਹੀਦੀ ਹੈ। ਅੱਜ ਫਿਰ ਮੈਨੂੰ ਪੁੱਛਿਆ ਸੀ, ਇੱਥੇ ਵੀ ਕਿਸੇ ਨੇ ਆਪਣਾ ਨਾਮ ਨਹੀਂ ਦਿੱਤਾ, ਕਿ ਜਿਹੜੇ ਫਾਈਨ ਵਧਾਏ ਨੇ ਤੁਸੀਂ, ਇੱਕ ਦੇਖੋ ਇਹਦਾ ਤਾਂ ਬੜਾ ਸਿੰਪਲ ਕੰਮ ਹੈ। 3 ਚੀਜ਼ਾਂ ਅਸੀਂ ਰੱਖੀਆਂ ਸੀ। ਇੱਕ, ਮਾਸਕ ਪਾਉਣਾ, ਅਗਰ ਤੁਸੀਂ ਮਾਸਕ ਨਹੀਂ ਪਾਓਗੇ ਉਹਦੇ 'ਤੇ ਫਾਈਨ। ਦੂਸਰਾ ਅਸੀਂ ਰੱਖਿਆ ਸੀ ਕਿ ਸੋਸ਼ਲ ਡਿਸਟੈਂਸਿੰਗ ਰੱਖਣਾ, ਅਗਰ ਤੁਸੀਂ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੋਗੇ ਫਾਈਨ। ਤੀਸਰਾ ਅਸੀਂ ਕਿਹਾ ਸੀ ਥੁੱਕਣਾ, ਜਿਹੜਾ ਤੁਸੀਂ ਸੜਕਾਂ 'ਤੇ ਥੁੱਕਦੇ ਹੋ। ਤੁਹਾਨੂੰ ਪਤਾ ਹੈ ਥੁੱਕ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਕੋਵਿਡ ਦੀ ਇਨਫੈਕਸ਼ਨ ਹੁੰਦੀ ਹੈ, ਤੁਹਾਡੇ ਪੈਰਾਂ 'ਤੇ ਲੱਗਦੀ ਹੈ। ਫਿਰ ਤੁਸੀਂ ਕਿਸੇ ਦੇ ਘਰ 'ਚ ਜਾਂਦੇ ਹੋ, ਉੱਥੇ ਫਿਰ ਤੁਹਾਡੇ ਨਾਲ ਉੱਥੇ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਛੱਡ ਕੇ ਆਉਂਦੇ ਹੋ ਥੁੱਕ, ਔਰ ਉਹ ਫਿਰ ਉੱਥੋਂ ਬਿਮਾਰੀ ਚੜ ਜਾਂਦੀ ਹੈ ਕਿਸੇ ਬੱਚੇ ਦੇ ਜਾਂ ਕਿਸੇ ਹੋਰ ਪਰਿਵਾਰ ਦੇ। ਇਸ ਕਰਕੇ ਅਸੀਂ ਫਾਈਨ ਰੱਖਿਆ ਸੀ ਕਿ ਥੁੱਕਣਾ ਬੰਦ, ਇਹ ਸੋਸ਼ਲ ਡਿਸਟੈਂਸਿੰਗ ਰੱਖੋ। ਔਰ ਅਸੀਂ ਕਿਹਾ ਸੀਗਾ ਇਹਦੇ ਉੱਪਰ ਵੀ ਕਿ ਇਸ ਕੰਮ ਨੇ ਆਪਣੇ ਮਾਸਕ ਪਾਉਣ ਨੂੰ। ਔਰ ਜਦੋਂ ਅਸੀਂ ਜਿਹੜੇ ਮੈਂ ਤੁਹਾਨੂੰ ਪਹਿਲਾਂ ਬੋਲਦੇ ਹੋਏ ਦੱਸਿਆ ਕਿ ਅਸੀਂ ਡੇਲੀ 4,000 ਔਰ 5,000 ਦੇ ਦਰਮਿਆਨ ਸਾਡੇ ਮਾਸਕ ਨਾ ਪਾਉਣ 'ਤੇ ਉੱਥੇ ਸਾਡੇ ਫਾਈਨ ਹੁੰਦੇ ਨੇ, ਪਰ ਕੋਈ 500 ਰੁਪਏ ਆਰਾਮ ਨਾਲ ਦੇ ਦਿੰਦਾ। ਤਾਂ ਹੀ ਸਾਨੂੰ ਇਹ ਬਣਾਉਣੇ ਪਏ ਨੇ ਕਿ ਕੋਈ ਸੋਸ਼ਲ ਇਹਦੇ ਵਿੱਚ ਨਹੀਂ ਮੈਂ ਹਾਲੇ ਵਧਾਇਆ, ਲੇਕਿਨ ਅਗਰ ਲੋਕ ਮੇਰੀ ਗੱਲ ਨਹੀਂ ਮੰਨਣਗੇ ਔਰ ਇਹਦੇ ਨਾਲ ਵੱਧ ਰਹੀ ਹੈ ਫਿਰ ਮੈਨੂੰ ਸਖਤੀ ਕਰਨੀ ਪਊ, ਹੋਰ ਵਧਾਉਣਾ ਪਊ। ਇਸ ਵੇਲੇ ਅਸੀਂ ਵਧਾਇਆ ਜਿਹੜੇ 10,000 ਵਗੈਰਾ ਹੈ ਮੈਰਿਜ ਪੈਲੇਸਿਸ ਦੇ ਵਿੱਚ ਜਾਂ ਇਹੀ ਜੀ ਸੋਸ਼ਲ ਗੈਦਰਿੰਗਸ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਔਰ ਅਗਰ ਤੁਹਾਨੂੰ ਦੱਸਿਆ ਗਿਆ ਕਿ ਇੱਕ ਸ਼ਾਦੀ ਦੇ ਵਿੱਚ 30 ਤੋਂ ਜ਼ਿਆਦਾ ਬੰਦੇ ਨਹੀਂ ਹੋ ਸਕਦੇ ਔਰ ਉੱਥੇ ਨੇ 300, ਤਾਂ ਜਿਹੜਾ ਮੈਰਿਜ ਪੈਲੇਸ ਦਾ ਓਨਰ ਹੈ ਉਹਨੂੰ 10,000 ਦਾ ਉਹਦਾ ਫਾਈਨ ਲੱਗੇਗਾ। ਇਸ ਕਿਸਮ ਦੀ ਫਾਈਨਾਂ ਅਸੀਂ ਰੱਖੀਆਂ ਨੇ ਕੰਟਰੋਲ ਰੱਖਣ ਵਾਸਤੇ। ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀਆਂ ਦੂਜੀਆਂ ਨੇ ਸੋਸ਼ਲ ਡਿਸਟੈਂਸਿੰਗ, ਥੁੱਕਣਾ ਔਰ ਮਾਸਕ ਪਾਉਣਾ, ਅਗਰ ਮੇਰਾ ਕੰਟਰੋਲ ਤੋਂ ਬਾਹਰ ਜਾ ਰਿਹਾ ਕੰਮ, ਜਿਹੜਾ ਹੁਣ ਲੱਗ ਰਿਹਾ ਹੈ ਕਿ ਕੋਈ ਮੇਰੀ ਗੱਲ ਨਹੀਂ ਆਖੇ ਲੱਗਦਾ, ਤੁਸੀਂ 4,000 ਔਰ 5,000 ਦੇ ਦਰਮਿਆਨ ਬੰਦੇ ਰੋਜ਼ ਉਹਨਾਂ ਨੂੰ ਫਾਈਨ ਲੱਗਦਾ ਇਹਨਾਂ ਗੱਲਾਂ 'ਤੇ, ਤਾਂ ਫਿਰ ਮੈਨੂੰ ਉਸ 'ਤੇ ਵੀ ਫਾਈਨ ਵਧਾਉਣਾ ਪਊ ਅੱਗੇ ਨੂੰ ਜਾ ਕੇ। ਪਰ ਮੈਂ ਨਹੀਂ ਕਰਨਾ ਚਾਹੁੰਦਾ, ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਲੇਕਿਨ ਮੈਂ ਪੰਜਾਬ ਵੀ ਬਚਾਉਣਾ ਹੈ ਔਰ ਮੇਰੀ ਜ਼ਿੰਮੇਵਾਰੀ ਪੰਜਾਬ ਹੈ, ਪੰਜਾਬ ਦੇ ਔਰ ਸਾਰੇ ਪੰਜਾਬੀਆਂ ਦੇ। ਔਰ ਅਗਰ ਕੁਛ ਥੋੜ੍ਹੇ ਜਿਹੇ ਲੋਕ ਨੇ ਜਿਹੜੇ ਐਂਟੀ ਸੋਸ਼ਲ ਨੇ, ਜਿਹੜੇ ਸੁਣਦੇ ਨਹੀਂ ਸਾਡੀ ਗੱਲ, ਫਿਰ ਉਹਨਾਂ ਨੂੰ ਫਿਰ ਕੋਈ ਰਾਹ ਨਹੀਂ, ਫਾਈਨ ਵਧਾਉਣਾ ਪਊ ਸਾਨੂੰ। ਮੈਨੂੰ ਫਿਰ ਆਪਣਾ ਨਾਂ ਜ਼ਰੂਰ ਰੱਖ ਦਿਆ ਕਰੋ, ਕਿਉਂਕਿ ਨਾਂ ਜਦ ਆਉਂਦਾ ਫਿਰ ਮੈਂ ਪੜ੍ਹ ਸਕਦਾ ਔਰ ਦੱਸ ਸਕਦਾ ਕਿਹਦਾ ਸਵਾਲ ਹੈ। ਇਹ ਆਇਆ ਤੁਹਾਡਾ ਕਿ ਤੁਸੀਂ ਬੜੀ ਚੰਗੀ ਗੱਲ ਕੀਤੀ ਕਿ ਪਲਾਜ਼ਮਾ ਬੈਂਕ ਪੰਜਾਬ ਦੇ ਵਿੱਚ ਖੋਲ੍ਹ ਦਿੱਤਾ, ਔਰ ਇਹ ਮੈਂ ਸਮਝਦਾ ਕਿ ਬਹੁਤ ਘੱਟ ਹੈ। ਉਹ ਮੈਂ ਕਹਿ ਚੁੱਕਿਆ ਤੁਹਾਨੂੰ ਕਿ ਅਸੀਂ 2 ਹੋਰ ਪਲਾਜ਼ਮਾ ਬੈਂਕ ਦਾ ਫੈਸਲਾ ਕੀਤਾ
ਮੈਡੀਕਲ ਕਾਲਜ ਅੰਮ੍ਰਿਤਸਰ ਔਰ ਮੈਡੀਕਲ ਕਾਲਜ ਫਰੀਦਕੋਟ ਔਰ ਮੈਡੀਕਲ ਕਾਲਜ ਪਟਿਆਲੇ ਤਾਂ ਹੈ ਹੀ, ਅਤੇ 3 ਹੋ ਜਾਣਗੇ ਸਾਡੇ ਕੋਲ ਬੈਂਕਸ। ਔਰ ਉਹਦੇ ਵਿੱਚ ਹੈ ਨਾ ਕਿ ਜਿਹੜੇ ਜੈਸੇ ਹੁਣ ਅਗਰ 9,000 ਬੰਦਿਆਂ ਨੂੰ ਇਸ ਵੇਲੇ ਕਰੋਨਾ ਦੀ ਬਿਮਾਰੀ ਤੋਂ ਨਿਕਲੇ ਨੇ ਉਹੀ ਦੇ ਸਕਦੇ ਨੇ ਇਹ ਖੂਨ। ਉਹਦੇ ਵਿੱਚੋਂ ਜੈਸੇ 17 ਬੰਦੇ ਨੂੰ ਆਉਣਾ ਸੀ ਪਟਿਆਲੇ, ਸਿਰਫ 7 ਦਾ ਖੂਨ ਅਸੀਂ ਲੈ ਸਕੇ ਹਾਂ। ਸੋ ਕਾਫੀ ਪਰਸੈਂਟੇਜ ਹੈ ਇਹ। ਉਹ ਕਿਉਂਕਿ ਉਹ ਜਿਹੜੇ ਐਂਟੀਬਾਡੀਜ਼ ਨੇ ਜਿਹਦੇ ਵਾਸਤੇ ਪਲਾਜ਼ਮਾ ਬੈਂਕ ਰੱਖਿਆ ਉਹਨਾਂ ਦੀ ਨਾ ਬਣੀਆਂ ਐਂਟੀਬਾਡੀਜ਼ ਨਹੀਂ ਬਣੀਆਂ ਜਾਂ ਕੋਈ ਮੈਡੀਕਲੀ ਤੌਰ 'ਤੇ ਉਹ ਬਲੱਡ ਨਹੀਂ ਲੈ ਸਕਦੇ ਸੀ, ਤਾਂ ਉਹ ਤਕਰੀਬਨ ਬਣਦਾ ਹੈ ਕਿੰਨਾ, ਕੋਈ 40% ਬਣਦਾ ਹੈ। ਔਰ 40% 9,000 ਦੇ ਵਿੱਚੋਂ 3600 ਬੰਦੇ ਨੇ। ਇਹ ਅੱਛੀ ਹੋਏਗੀ ਗੱਲ ਕਿ ਜਦੋਂ ਇਹ ਪਲਾਜ਼ਮਾ ਬੈਂਕ ਖੁੱਲ੍ਹ ਜਾਣ, ਜਿਹੜੇ ਤੁਸੀਂ ਅੰਮ੍ਰਿਤਸਰ ਦੇ ਹੋ ਜਾਂ ਉਸ ਇਲਾਕੇ ਦੇ ਜਾਂ ਇੱਧਰਲੇ ਪਾਸੇ ਫਰੀਦਕੋਟ ਇਲਾਕੇ ਦੇ, ਉੱਧਰ ਤੁਸੀਂ ਜਾਓ ਔਰ ਪਟਿਆਲੇ ਵਾਲੇ ਇੱਧਰ ਆ ਜਾਓ, ਆਪਣਾ ਖੂਨ ਦਿਓ, ਕਿਉਂਕਿ ਘੱਟ ਲੋਕ ਦਾ ਖੂਨ ਉਹ ਲੈਣਗੇ, ਲੇਕਿਨ ਖੂਨ ਦੀ ਸਾਨੂੰ ਬਹੁਤ ਲੋੜ ਹੈ। ਤੋ ਜਿੰਨੇ ਤੁਸੀਂ ਦੇ ਸਕਦੇ ਹੋ ਦਿਓ। ਔਰ ਤੁਸੀਂ ਇਹ ਵੀ ਮੈਨੂੰ ਕਿਹਾ ਹੈ ਔਰ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਮੈਂ ਪਲਾਜ਼ਮਾ ਆਪਣਾ ਦੇਣਾ ਚਾਹੁੰਦਾ, ਮੈਨੂੰ ਕੀ ਕਰਨਾ ਚਾਹੀਦਾ। ਇਸ ਵੇਲੇ ਤੱਕ ਤਾਂ ਬੇਟਾ ਸਿਰਫ ਤੁਸੀਂ ਦੇ ਸਕਦੇ ਹੋ ਪਟਿਆਲੇ। ਜੈਸੇ ਦੂਜੇ ਜਦ ਬੈਂਕ ਖੁੱਲ੍ਹ ਜਾਣਗੇ ਆਪਣੇ ਫਰੀਦਕੋਟ ਔਰ ਅੰਮ੍ਰਿਤਸਰ, ਫਿਰ ਉੱਧਰਲੇ ਲੋਕ ਜਿਹੜੇ ਰਹਿੰਦੇ ਨੇ ਉੱਥੇ ਜਾ ਸਕਦੇ ਹੋ। ਲੇਕਿਨ ਅਗਰ ਤੁਸੀਂ ਜ਼ਰੂਰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਜਾਓ ਪਟਿਆਲੇ ਔਰ ਆਪਣੇ ਪਲਾਜ਼ਮਾ ਬੈਂਕ ਦੇ ਵਿੱਚ ਉਹ ਤੁਹਾਡਾ ਖੂਨ ਲੈਣਗੇ। ਇੱਕ ਹੋਰ ਮੈਨੂੰ ਪੁੱਛਿਆ, ਫਿਰ ਕੋਈ ਨਾਮ ਨਹੀਂ ਉਹਦੇ 'ਚ ਕਿ ਬੁਢਾਪਾ ਪੈਨਸ਼ਨ ਜਿਨ੍ਹਾਂ ਨੂੰ ਮਿਲ ਰਿਹਾ ਸੀ ਉਹਨਾਂ ਦਾ 70,000 ਤੁਸੀਂ ਬੰਦੇ ਉਹਨਾਂ ਦੇ ਨਾਮ ਤੁਸੀਂ ਕਟਾ ਦਿੱਤੇ ਨੇ ਪੈਨਸ਼ਨ ਸਕੀਮ ਤੋਂ। ਇਹ ਪਲੀਜ਼ ਦੱਸੋ ਮੈਨੂੰ ਕਿਉਂ ਕੀਤਾ ਤੁਸੀਂ? ਦੇਖੋ, ਜਦੋਂ ਸਰਕਾਰਾਂ ਹੁੰਦੀਆਂ ਨੇ ਔਰ ਉਹ ਆਪਣੇ ਸਮਾਜ ਤੋਂ ਉੱਠ ਕੇ ਆਪਣੇ ਖੁਦਗਰਜ਼ ਬਣ ਜਾਣ ਨਾ, ਔਰ ਉਹਨਾਂ ਬੰਦਿਆਂ ਨੂੰ ਬਣਾ ਲੈਣ ਬੁਢਾਪਾ ਪੈਨਸ਼ਨ ਦੇਣ ਵਾਸਤੇ ਜਿਹੜੇ ਘੱਟ ਉਮਰ ਦੇ ਨੇ, 20 ਸਾਲ ਦੇ, 30 ਸਾਲ ਦੇ, 40 ਸਾਲ ਦੇ, ਜਦੋਂ 65 ਸਾਲ ਦੀ ਉਮਰ ਹੁੰਦੀ ਹੈ ਬੁਢਾਪਾ ਉਹਨਾਂ ਨੂੰ, ਉਹ 70,000 ਅਸੀਂ ਕੱਟੇ ਨੇ। ਲੇਕਿਨ ਇਹ ਵੀ ਦੱਸੋ ਨਾ ਕਿ ਅਸੀਂ ਪਹਿਲਾਂ ਹੁੰਦੇ ਸੀ 19 ਲੱਖ ਬੰਦਿਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ, ਹੁਣ ਅਸੀਂ ਇਹਦੇ ਵਿੱਚ ਬੰਦੇ ਜੋੜ ਕੇ 25 ਲੱਖ ਕਰ ਦਿੱਤੇ। 70 ਖਰਾਬ ਕਢਾਤੇ ਔਰ 6 ਲੱਖ ਹੋਰ ਵਧਾਤਾ ਸੀ। ਇੰਨਾ ਤੁਸੀਂ ਦੇਖ ਲਓ ਕਿ ਅਸੀਂ ਤਾਂ 6 ਲੱਖਾਂ ਨੂੰ बढ़ाया। 70,000 ਘਟਾਏ ਨੇ ਜੋ ਗਲਤ ਲੈ ਰਹੇ ਸੀ, ਔਰ ਜੋ ਸਹੀ ਵਿਚਾਰੇ ਗਰੀਬ ਬੈਠੇ ਆਪਣੇ ਬਜ਼ੁਰਗ ਬੈਠੇ ਸੀ ਉਹਨਾਂ ਨੂੰ ਅਸੀਂ ਜੋੜਿਆ। ਤੋ ਤੁਸੀਂ ਅਗਰ 70 ਘਟਾਏ ਔਰ 6 ਜੋੜਿਆ ਤਾਂ 5,30,000 ਐਕਸਟਰਾ ਹੋ ਗਏ ਨੇ ਪਹਿਲੇ ਨਾਲੋਂ। ਔਰ ਘਟਾਏ ਅਸੀਂ ਉਹ ਜਿਹੜੇ ਗਲਤ ਉਮਰ ਦੇ ਸੀ ਔਰ ਜਿਨ੍ਹਾਂ ਨੂੰ ਨਹੀਂ ਡਿਜ਼ਰਵਿੰਗ ਸੀ, ਜਿਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ, ਉਹਨਾਂ ਨੂੰ ਕੱਟਿਆ ਸੀ। ਬਾਕੀ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਅਸੀਂ ਜੋੜੇ। ਇੱਕ ਮੈਨੂੰ ਪੁੱਛਿਆ ਫਿਰ ਕਿ ਗਵਰਨਮੈਂਟ ਸਕੂਲਸ ਦੇ ਰਿਜ਼ਲਟ ਇੰਨੇ ਅੱਛੇ ਆਏ ਨੇ, ਇਹ ਬੜੀ ਇੱਕ ਸ਼ਲਾਘਾਯੋਗ ਗੱਲ ਹੋਈ ਹੈ। ਇਹ ਕੀ ਕਦਮ ਚੱਕੇ ਤੁਸੀਂ ਇਹਦੇ ਵਾਸਤੇ? ਦੇਖੋ, ਬੱਚਿਆਂ ਦੇ ਇੱਕ ਤਾਂ ਹੁੰਦੀ ਹੈ ਸਕੂਲ 'ਚ ਕੀ, ਇੱਕ ਸਮਾਰਟ ਸਕੂਲ ਅਸੀਂ ਬਣਾਏ, ਸਮਾਰਟ ਸਕੂਲ ਦੇ ਵਿੱਚ ਪੜ੍ਹਦੇ ਨੇ। ਇੱਕ ਰਿਕਰੂਟਮੈਂਟ ਟੀਚਰਾਂ ਦੀ ਕੀਤੀ ਹੈ, ਅੱਛੇ ਟੀਚਰ ਰਿਕਰੂਟ ਹੋਏ ਨੇ ਜਿਹਦੇ ਨਾਲ ਇਹ ਸਾਰੀ ਗੱਲ ਹੋਈ ਹੈ। ਫਿਰ ਸਾਇੰਸ ਟੀਚਰਸ ਜਿਹੜੇ ਨਹੀਂ ਸੀ ਬਾਰਡਰ ਏਰੀਆਜ਼ ਖਾਸ ਕਰਕੇ, ਉਹਨਾਂ ਨੂੰ ਅਸੀਂ ਰੱਖਿਆ। ਫਿਰ ਅਟੈਂਡੈਂਸ, ਬੱਚੇ ਨਹੀਂ ਜਾਂਦੇ ਸੀ, ਅਸੀਂ ਹੁਣ ਬੜਾ ਸਖਤੀ ਨਾਲ ਕਿਹਾ ਕਿ ਰੋਜ਼ ਬੱਚੇ ਨੂੰ ਆਉਣਾ ਪਊਗਾ ਸਕੂਲ 'ਚ। ਔਰ ਮੈਥਡੋਲੋਜੀ ਸਿਖਲਾਈ ਦਾ ਤਰੀਕਾ, ਦਿਨ ਪਰ ਦਿਨ ਤਬਦੀਲੀਆਂ ਆਉਂਦੀਆਂ ਨੇ ਦੁਨੀਆ 'ਚ ਵਿੱਦਿਆ ਦੇ ਖੇਤਰ ਦੇ ਵਿੱਚ। ਔਰ ਇਹੀ ਅਸੀਂ ਵੀ ਨਵੀਂ ਐਂਟਰੈਂਸ ਜਿਸ ਤਰੀਕੇ ਨਾਲ ਐਜੂਕੇਸ਼ਨ ਹੁਣ ਵੱਧ ਰਿਹਾ ਉਹ ਅਸੀਂ ਆਪਣੇ ਸਕੂਲਾਂ 'ਚ ਇੰਟਰੋਡਿਊਸ ਕੀਤਾ ਔਰ ਉਹਦੇ ਨਾਲ ਬੜਾ ਫਰਕ ਪਿਆ। ਔਰ ਖਾਸ ਕਰਕੇ ਕਰੈਕ ਡਾਊਨ ਇੱਥੇ ਨਕਲ ਮਾਰਨੀ ਅਸੀਂ ਬੰਦ ਕਰਤੀ। ਬੱਚਿਆਂ ਨੂੰ ਬੜੀ ਨਕਲ ਮਾਰਨ ਦੀ ਆਦਤ ਸੀ ਨਾ, ਇਹ ਹੁੰਦੀ ਹੈ, ਸਦਾ ਹੀ ਚੱਲਦੀ ਸੀਗੀ ਉਸ ਪੁਰਾਣੇ ਜ਼ਮਾਨੇ ਤੋਂ। ਉਹ ਬਿਲਕੁਲ ਸਖਤੀ ਹੈ ਉਹਦੇ 'ਤੇ, ਕੋਈ ਨਕਲ ਨਹੀਂ ਇਹਦੇ 'ਚ। ਔਰ ਅਨਫੇਅਰ ਪ੍ਰੈਕਟਿਸ ਜਿਹੜੇ ਹੁੰਦੇ ਸੀ ਉਹ ਅਸੀਂ ਬਿਲਕੁਲ ਬੰਦ ਕਰ ਦਿੱਤੇ, ਕੋਈ ਅਸੀਂ ਹੋਣ ਨਹੀਂ ਦਿੰਦੇ। ਔਰ ਫਿਰ ਬੱਚਿਆਂ ਦੀ ਹਿੰਮਤ ਔਰ ਟੀਚਰਾਂ ਦੀ ਖਾਸ ਕਰਕੇ, ਜਿਨ੍ਹਾਂ ਨੇ ਬਾਰ-ਬਾਰ ਜਾ ਕੇ ਉਹ ਬੱਚਿਆਂ ਨੂੰ ਪੜ੍ਹਾਇਆ। ਅੱਜ ਵੀ ਦੇਖੋ ਕੋਵਿਡ ਚੱਲ ਰਿਹਾ ਲੇਕਿਨ ਟੀਚਰ ਜਾ ਕੇ ਔਨਲਾਈਨ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਵੀ ਇੱਕ ਖਤਰਾ ਦਾ ਸਾਹਮਣਾ ਕਰ ਰਹੇ ਨੇ, ਲੇਕਿਨ ਡੈਡੀਕੇਸ਼ਨ ਹੈ ਉਹ ਟੀਚਰਾਂ ਦੀ ਜਿਹੜੀ ਇਹ ਕੰਮ ਕਰ ਰਹੇ ਨੇ। ਤੋ ਇਹ ਕਦਮ ਹੁੰਦੇ ਨੇ। ਔਰ ਸਾਡਾ ਮਹਿਕਮਾ ਜਿਹੜਾ ਐਜੂਕੇਸ਼ਨ ਹੈ
इस ते बड़ा साडे मिनिस्टर साहब ईशू सिंगला जी और साडे सैकटरी साहब कृष्ण जी, ये दोनों बड़ा इहदे ते हिम्मत करके इस गल नूं इत्थे पहुँचाया। और मैं समझदा ये रिकॉर्ड है, ये पहली बार है कि गवर्नमेंट प्राइवेट स्कूल नूं छड्ड के लोग गवर्नमेंट स्कूलों दे विच आ रहे हैं। पहलां नहीं कदे होया। तो वधाई होए सारिਆਂ ਨੂੰ, महकमे नूं और टीचरां नूं और खास करके बच्चों नूं जिन्ना इन्ना तुसीं हुण इह गल ते पए हो ताकि थोड़ी एजुकेशन, क्योंकि तुसीं इह तां हाले तां स्कूल चों, स्कूल तो कॉलेज पहुँचना है, यूनीवर्सिटी जानी है, फिर नौकरियां दे इम्तिहान आउणगे। जिन्नी थोड़ी ग्राउंडिंग चंगी होएगी थल्ले, उस दे हिसाब नाल ही थोड़ा फ्यूचर बनूगा। फिर एक सवाल है कि एक ਜਿਹੜਾ ਲੋਕਲ ਇਲੈਕਸ਼ਨ ਤੁਸੀਂ ਕਿਉਂ ਆ ਜਿਹੜੀ ਲੋਕਲ ਬੋਡੀ ਦੀ ਇਲੈਕਸ਼ਨ 2 ਅਕਤੂਬਰ ਨੂੰ ਕਿਉਂ ਰੱਖੀ ਗਈ ਹੈ ਕਰੋਨਾ ਕ੍ਰਾਈਸਿਸ ਦੇ ਦਰਮਿਆਨ? ਅਸੀਂ ਨਹੀਂ ਰੱਖੀ। ਦੇਖੋ ਇਹਦਾ ਸਮੇਂ ਦੀ ਗੱਲ ਹੁੰਦੀ ਹੈ, ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਹੈ, ਇੱਕ ਪ੍ਰੋਸੀਜਰ ਹੁੰਦਾ ਹੈ, ਇੱਕ ਸੰਵਿਧਾਨ ਦੀ ਗੱਲ ਹੁੰਦੀ ਹੈ। ਕੌਨਸਟੀਟਿਊਸ਼ਨ ਸਾਨੂੰ ਕਹਿੰਦੀ ਹੈ ਕਿ ਫਲਾਣੀ ਤਰੀਕ ਤੋਂ ਪਹਿਲਾਂ ਇਲੈਕਸ਼ਨਸ ਹੋਣੀ ਚਾਹੀਦੀਆਂ ਨੇ, ਔਰ ਅਸੀਂ ਆਪਣੇ ਤੌਰ 'ਤੇ ਅਸੀਂ ਫਿਰ ਇਲੈਕਸ਼ਨ ਕਮਿਸ਼ਨ ਨੂੰ ਲਿਖਦੇ ਹਾਂ, ਸਟੇਟ ਇਲੈਕਸ਼ਨ ਕਮਿਸ਼ਨ ਹੈ, ਕਿ ਉਹ ਤਰੀਕ ਮੁਕੱਰਰ ਕਰ ਸਕਣ। ਮੇਰੇ ਹੱਥ 'ਚ ਨਹੀਂ, वो इलैक्शन कमिशन के हथ में है। और इलैक्शन कमिशन को असीं डेट मंग रहे हैं अक्तूबर की, कि दो हफ्ते सैकेंड वीक ऑफ अक्तूबर तो पहला कोई डेट दसो सानू, अगर हो सकता है तो तुसीं इलैक्शन करा सकते हो तो करवा दो, क्योंकि एक कॉन्स्टिट्यूशन ये रिक्वायरमेंट हैगी और जो संविधानिक रिक्वायरमेंट है आप कोई नहीं इत्थे पिट मोड़ सकते उस गल नूं, ये सानू कराउणी पैणगीआं। ये 2 तरीक पता नहीं तुहानूं किसने दे दी, हाले कोई तरीक नहीं असी नहीं मुकर्रर की। और 2 तरीक तक गांधी जी का जन्म दिन है, शायद वो लिंक करती होनी है, क्योंकि इस इलैक्शन नाल कोई लिंक नहीं। वो लिंक तो होगा उदों जदों सानू इलैक्शन कमिशन आप डेट देगी कि इस इलैक्शन तो इलैक्शन होनी है, फिर असी ऐलान करावांगे इसका। एक मैनू दस्सिया जी राजवीर सिंह कोई अपने अक्यूट डिप्रैशन दे विच ने, CMC दे विच इम्तिहान होया। इन्हां ने 2 गोल्ड मैडल लिते ने साइकलिंग दे विच, स्पैशल ओलंपिक्स जो अमरीका दे विच 2015 च होया सी। और ਉਹਦੇ ਵਿੱਚ कोई जो गवर्नमेंट ने कोई ਇਹਨਾਂ ਨੂੰ ਬੈਨੀਫਿਟ ਨਹੀਂ ਦਿੱਤਾ ਜੈਸੇ ਅਸੀਂ ਦਿੰਦੇ ਹਾਂ ਹੋਰ ओलंपिक्स ਦੇ ਵਿੱਚ ਜਾਂ ਏਸ਼ੀਅਨ ਗੇਮਸ ਜਾਂ ਪੈਰਾ ओलंपिक्स ਦੇ ਵਿੱਚ। ਮੈਨੂੰ ਪਤਾ ਲੱਗਿਆ ਕਿ ਜਿਹੜੀ ਇਹ ਸਪੈਸ਼ਲ ओलंपिक्स ਹੈ ਇਹਦੇ ਵਾਸਤੇ ਹਾਲੇ ਕੋਈ ਗਵਰਨਮੈਂਟ ਦੀ ਪਾਲਿਸੀ ਨਹੀਂ ਬਣੀ। ਮੈਂ ਅੱਜ ਹੀ ਇਸ ਨੂੰ ਭੇਜ ਰਿਹਾ ਸਪੋਰਟਸ ਡਿਪਾਰਟਮੈਂਟ ਨੂੰ ਕਿ ਸਪੈਸ਼ਲ ओलंपिक्स ਜਿਹੜੀ ਹੁੰਦੀਆਂ ਉਹਨਾਂ ਨੂੰ ਜੈਸੇ ਪੈਰਾ ओलंपिक्स ਹੈ ਕੋਈ ਨਾ ਕੋਈ ਪਾਲਿਸੀ ਬਣਾਉਣ ताकि असीं इन्हां बच्चों भी इन्हां नूं दे सकीए जो उन्होंने ड्यू है। एक गुरदासपुर जिले एक शुगर मिल ने अपनी एक 24 मार्च तो लैके 31 मार्च तक जदों लॉकडाउन होया अपनी मिल बंद करती और ਜਿਹੜੇ ਉੱਥੋਂ ਗੰਨਾ ਲੈ ਕੇ ਜਾਂਦੇ ਸੀ ਉਹਨਾਂ ਨੇ ਹੋਰ ਮਿਲਾਂ ਨੂੰ ਜਾਣੀ ਪਈ। ਔਰ ਫਿਰ ਉਹਦੇ 'ਚ ਅਸੀਂ ਕਹਿੰਦੇ ਨੇ ਕਿ ਪੈਨਲਟੀ ਲੱਗ ਗਈ 15%, ਨਹੀਂ ਲੱਗਣੀ ਚਾਹੀਦੀ ਸੀ। ਜਿਨ੍ਹਾਂ ਨੇ ਕਿਸੇ ਹੋਰ ਮਿਲ 'ਚ ਜਾ ਕੇ 24 ਮਾਰਚ ਤੋਂ ਲੈ ਕੇ 31 ਮਾਰਚ ਤੱਕ ਆਪਣਾ ਗੰਨਾ ਸਪਲਾਈ ਕੀਤਾ ਉਹਨਾਂ ਨੂੰ ਪੈਨਲਟੀ ਨਹੀਂ ਲੱਗੇਗੀ। ਅਸੀਂ ਮਹਿਕਮੇ ਨੂੰ ਮੈਂ ਦੱਸ ਦਾਂਗਾ। ਉਦੋਂ ਉਹ ਪਤਾ ਨਹੀਂ ਮਿਲਕ ਨੇ ਕਿਉਂ ਬੰਦ ਕਰਦੀ, ਘਬਰਾ ਗਏ ਜਾਂ ਕਿਆ ਕਾਰਨ ਸੀ, लेकिन वो हुण नहीं लगेगी। ये तुसीं असीं उन्हां नूं ऐलान करांगे दसांगे। एक तुसीं दस्सिआ मैनूं रोज़गार मेला साडे जिहड़े बड़े चलदे से एक सरकार दी बड़ी अच्छी शलाघायोग कदम सी ते साडे नौकरी कई साडे बंदिआं नूं मिली है। ਹੁਣ ਕੋਵਿਡ ਦੇ ਵਿੱਚ ਕੀ ਕਰ ਸਕਦੇ ਹਾਂ ਅਸੀਂ, ਜੇ ਮੇਲੇ ਹੋਣਗੇ ਜਾਂ ਨਹੀਂ। ਦੇਖੋ ਆਮ ਤੌਰ 'ਤੇ ਮੇਲੇ ਜੈਸੇ ਅਸੀਂ ਰੱਖਦੇ ਥੇ ਕਿ ਜਿੱਥੇ 20,000 ਜਾਂ 30,000 ਬੰਦਾ ਆ ਜਾਂਦਾ ਸੀ, ਉਹ ਤਾਂ ਨਹੀਂ ਹੋ ਸਕਣੇ। ਲੇਕਿਨ ਜਿਹੜੀ ਔਨਲਾਈਨ ਔਰ ਜਿਹੜੇ ਆਪਣੇ 900 ਇਸ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਅਸੀਂ ਰੱਖਾਂਗੇ ਔਰ ਇਹਨੂੰ ਪੂਰਾ ਐਕਟੀਵੇਟ ਕਰਾਂਗੇ ਕਿ ਜਿਹੜੀ ਸਾਡੀ ਰਿਕਰੂਟਮੈਂਟ ਹੋ ਸਕਦੀ ਹੈ, ਜੋ ਅਸੀਂ ਬੱਚਿਆਂ ਨੂੰ ਨੌਕਰੀ ਦਿਵਾ ਸਕਦੇ ਹਾਂ। ਹੁਣ ਇਹ ਤਰੀਕਾ ਸਾਨੂੰ ਵਰਤਣਾ ਪਊ
ਨਹੀਂ ਤਾਂ ਅਸੀਂ ਕਾਨੂੰਨ ਆਪ ਹੀ ਤੋੜਾਂਗੇ ਅਗਰ ਅਸੀਂ ਬੜੇ ਇੱਥੇ ਮੀਟਿੰਗ ਦਾ ਅਲਾਉ ਕਰਦੇ ਹਾਂ। ਉਹ ਪਤਾ ਨਹੀਂ ਹਾਲਾਤ ਕੀ ਬਦਲਣ, ਅਗਰ ਸੁਧਰ ਜਾਣ ਤਾਂ ਉਹ ਵੀ ਸ਼ੁਰੂ ਹੋ ਸਕਦਾ ਹੈ, ਲੇਕਿਨ ਉਸ ਤੋਂ ਪਹਿਲਾਂ ਤਾਂ ਕਿ ਰਿਕਰੂਟਮੈਂਟ ਚੱਲਦੀ ਰਹੇ ਅਸੀਂ ਆਨਲਾਈਨ ਵਗੈਰਾ ਇਹ ਪ੍ਰੋਗਰਾਮ ਦੱਸਾਂਗੇ ਔਰ ਉਹਦੇ ਵਿੱਚ ਤੁਸੀਂ ਆਪਣਾ ਐਲਾਨ ਆਪਣੇ ਭੇਜ ਸਕਦੇ ਹੋ ਨਾਮ ਤਾਂ ਕਿ ਤੁਹਾਨੂੰ ਵੀ ਉੱਥੇ ਬੁਲਾਇਆ ਜਾਏ। तो ये थोड़े सवाल से और मैनू खुशी है कि तुसी पुछते रहने हो जे ਜਿਹੜੇ पॉजिटिव सवाल ने कई साढ़े गल्लां मन च आ जाते हैं, कई नहीं आउंदियां, गवर्नमेंट के विच इन्ने काम होंदे ने, लेकिन जदों थोड़े तो सवाल आउण लग जाण ਉਹਦਾ मतलब ही है कि थोड़े ਮਨਾਂ 'ਚ कई गल्लां ने ਜਿਹੜੀਆਂ ਤੁਸੀਂ सरकार ਚਾਹੁੰਦੇ हो कि करे या सरकार ਤੁਹਾਨੂੰ ਦੱਸੇ ਗੱਲਾਂ। ਤੇ ਮੈਨੂੰ खुशी है ये प्रोग्राम करदे हर हफ्ते ਤੇ अगले हफ्ते ਆਪਾਂ फिर मिलांगे। और मैं ਹੁਣ आस करदा कि ਤੁਸੀਂ इस कोविड का जरूर ध्यान रखो और जरूर जो असी कहने थोनू वो करो। और इनू आप चलो जिते हुण 400 तो उपर हो गया उन थले लियाईए आप और ये सारिਆਂ ਨੂੰ रल के करना पऊ। मैथों लैके ਜਿਹੜੇ भी अपने पंजाब ਦੇ ਵਿੱਚ बसते ने बच्चे तक ਉਹ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਹੋ ਕੇ ਇੱਕ ਲਹਿਰ ਆਪਾਂ ਨੂੰ ਚਲਾਉਣੀ ਪਊ ਜਿਹਦੇ ਨਾਲ ਆਪਾਂ ਆਪਣੇ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਬਚਾ ਸਕੀਏ। तो ध्यान रखो ਇਹਦਾ और मैं आस करदा कि अगले हफ्ते जब गल करांगे एक कोविड वाला मसला काबू ਦੇ ਵਿੱਚ आया हो। बहुत धन्यवाद ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਬਹਾਵਲਪੁਰੀ ਟੀਵੀ ਦੀ ਲੇਟੈਸਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ।